ਜਦੋਂ ਜਿਹੜਾ ਬੰਦਾ ਇੱਕ ਸੋਚ ਦੀ ਗੱਲ ਕਰਦਾ ਹੈ ਉਹ ਖਤਮ ਕਰ ਦਿੱਤਾ ਜਾਂਦਾ ਹੈ। ਰਾਈਟਰ ਖਤਮ ਕਰ ਦਿੱਤਾ ਇਹਨਾਂ ਨੇ ਜਿਹਦੀ ਕਲਮ ਅਵੇਅਰ ਕਰਾ ਰਹੀ ਸੀ। ਗੱਲ 'ਚ ਜਿੱਡਾ ਮੋਟਾ ਸੰਗਲ ਹੁੰਦਾ ਉਹਨਾਂ ਹੀ ਉੱਚਾ ਉੱਠਣ ਨੂੰ ਦਿਲ ਕਰਦਾ। ਬਾਰ-ਬਾਰ ਕਹਿ ਰਹੇ ਆ ਨਾ ਕਿ ਜੋ ਉਹਨੇ ਪ੍ਰਮੋਟ ਕੀਤਾ ਉਹਦੇ ਕਰਕੇ। ਉਹਨੇ ਤਾਂ ਫਿਰ ਇਹ ਵੀ ਕਿਹਾ ਕਿ ਲੀਡਰ ਬਣਾਉਂਦੇ ਦੇ ਕੇ ਆਟਾ ਇਹਨਾਂ ਨੂੰ, ਲੀਡਰ ਬਣਾਉਣ ਦੇ ਕੇ ਆਟਾ ਇਹਨਾਂ ਨੂੰ, ਵੋਟਾਂ ਲੈ ਕੇ ਮਾਰਦੇ ਚਪਾਟਾ ਇਹਨਾਂ ਨੂੰ। ਮਾਫ ਕਰਿਓ, ਮੈਂ ਇਸ ਵੇਲੇ ਜਜ਼ਬਾਤ ਖੋ ਚੁੱਕਿਆ ਕਿ ਮੈਂ ਇਹਨਾਂ ਨੂੰ ਇੱਜ਼ਤ ਦੇ ਪਾਵਾਂ। ਮੈਂ ਹੁਣ ਦੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਲਈ ਵੀ ਮਾਨਯੋਗ ਲਿਖਿਆ, ਪਰ ਲੈਟਰ 'ਚ ਬ੍ਰੈਕਟ 'ਚ ਲਿਖਿਆ ਕਿ ਪੰਜਾਬ ਦਾ ਜਿਹੜਾ ਗ੍ਰਹਿ ਵਿਭਾਗ ਆ ਉਹ ਦਿੱਲੀ ਤੋਂ ਚੱਲ ਰਿਹਾ। ਕਿਸ ਤਰੀਕੇ ਨਾਲ ਕਤਲ-ਗਾਰਤ ਰੋਕ ਸਕਦੀ ਜਾਂ ਕਿਸ ਤਰੀਕੇ ਨਾਲ ਮਾਹੌਲ ਜਿਹੜਾ ਸ਼ਾਂਤ ਹੋ ਸਕਦਾ? ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਦੇ ਨਾਲ, ਇਹ ਅਕਸਰ ਹੁੰਦਾ ਹੈ ਕਿਉਂਕਿ ਪੰਜਾਬ ਦੀ ਰੀਜਨਲ ਪਾਰਟੀ ਨਹੀਂ ਹੈਗੀ ਜਿਹੜੀ ਇਸ ਵੇਲੇ ਆਈ ਹੈ ਸੱਤਾ 'ਚ। ਉਹਨੂੰ ਪੰਜਾਬ ਦੇ ਦਰਦਾਂ ਬਾਰੇ ਕੁਝ ਨਹੀਂ ਪਤਾ। ਇਹ ਚੀਜ਼ ਅਸੀਂ ਉਦੋਂ ਦੇਖ ਸਕਦੇ ਹਾਂ ਜਦੋਂ SYL ਦਾ ਮੁੱਦਾ ਛਿੜਦਾ। ਇਹ ਚੀਜ਼ ਅਸੀਂ ਉਦੋਂ ਦੇਖ ਸਕਦੇ ਹਾਂ ਜਦੋਂ ਪੰਜਾਬੀਅਤ ਦੀ ਗੱਲ ਤੁਰਦੀ ਹੈ। ਹੁਣ ਵੀ ਕੀ ਹੈ, 2-4 ਮੁੰਡਿਆਂ ਨੂੰ ਮਾਰ ਦੇਣਗੇ, ਐਨਕਾਊਂਟਰ ਕਰ ਦੇਣਗੇ, ਸਕੇਪਕੋਟ ਬਣਾ ਦੇਣਗੇ, ਕੀ ਇਹ ਪ੍ਰੋਬਲਮ ਖਤਮ ਹੋ ਜਾਊਗੀ? ਸੁਖਬੀਰ ਬਾਦਲ ਦੇ ਵੇਲੇ ਰੌਕੀ ਸੀਗਾ, ਰੌਕੀ ਨੇ ਅੱਗੇ ਜੈਪਾਲ ਨੂੰ ਗੈਂਗਸਟਰ ਦੇ ਰਾਹ ਵੱਲ ਤੋਰਿਆ, ਗੈਂਗਸਟਰ ਬਣ ਗਿਆ ਜੈਪਾਲ। ਮੈਂ ਗੈਂਗਸਟਰ ਨਹੀਂ ਕਹੂੰਗਾ ਉਹਨੂੰ, ਮੈਂ ਗੁੰਮਰਾਹਕੁਨ ਨੌਜਵਾਨ ਕਹੂੰਗਾ। ਇਹ ਆਪਣੇ ਕੋਲ ਇੱਕ ਬੜੀ ਸੌਖੀ ਜਿਹੀ ਚੀਜ਼ ਹੈ, ਨੈਸ਼ਨਲ ਸਿਕਿਉਰਿਟੀ ਦੇ ਨਾਂ ਤੇ ਕਿਸੇ ਦਾ ਵੀ ਕਤਲ ਕਰ ਦਿਓ, ਕਿਸੇ ਨੂੰ ਵੀ ਵਿਕਟਿਮ ਬਣਾ ਦਿਓ। ਲਾਰੈਂਸ ਬਿਸ਼ਨੋਈ ਹੈ, ਮੰਨ ਲਓ ਉਹਦੇ ਸ਼ਕਲ ਸਾਹਮਣੇ ਸਿੱਧੂ ਮੂਸੇਵਾਲੇ ਦੀ ਮਾਂ ਆਉਂਦੀ ਹੋਊਗੀ, ਉਹਨੂੰ ਪਛਤਾਵਾ ਨਹੀਂ ਹੁੰਦਾ ਹੋਊਗਾ? ਤੁਹਾਨੂੰ ਕੀ ਲੱਗਦਾ? ਮੈਂ ਲਿਖਿਆ ਵੀ ਬਾਦਲਾਂ ਦੇ ਕੈਪਟਨਾਂ ਨੇ ਜਿਹੜੀ ਉਮੀਦ ਦਾ ਗਰਭਪਾਤ ਕਰਤਾ ਸੀਗਾ, ਉਹ ਉਮੀਦ ਤੇਰੇ ਤੋਂ ਹੈਗੀ ਹਲੇ ਕਿਤੇ ਨਾ ਕਿਤੇ, ਥੋੜੀ ਬਹੁਤ ਹੈਗੀ ਹੈ। ਮਾਨ ਸਾਹਿਬ ਇੱਕ ਪੋਲੀਟੀਸ਼ੀਅਨ ਨੇ ਜਾਂ ਇੱਕ ਇੰਟੈਲੈਕਚੁਅਲ ਨੇ, ਮੈਨੂੰ ਨਹੀਂ ਪਤਾ ਕਿਹਨੇ ਨਾਮ ਦਿੱਤਾ ਆ, ਇਹ ਥੋੜੀ ਕੰਟਰੋਵਰਸੀ ਹੈ, ਇੱਕ KG ਮੀਡੀਆ ਨਾਂ ਦੀ ਨਵੀਂ ਜਿਹੜੀ ਟਰਮ ਹੈ ਉਹ ਡਰਾਈਵ ਹੋ ਗਈ। ਸਾਡੇ 'ਚੋਂ ਕੋਈ ਬਹੁਤਾ ਸੇਫ ਤਾਂ ਹੈ ਨਹੀਂ, ਕੁਛ ਵੀ ਹੋ ਸਕਦਾ ਆ, ਪਰ ਉਹ ਕਹਿੰਦੇ ਆ ਨਾ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡਿਆ, ਤੇ ਉਹ ਕੋਈ ਸਾਡੇ ਲਈ ਕੋਈ ਬਹੁਤੀ ਚੀਜ਼ ਨਹੀਂ ਹੈਗੀ। ਅਸੀਂ ਵਹਿੜ ਦੇ ਅਗੇਂਸਟ ਵਗਣ ਵਾਲੇ ਹੀ ਆ। ਮੈਂ ਇੰਡੀਆ ਦੇ ਸਿਸਟਮ ਤੋਂ ਮੇਰਾ ਮਨ ਚੱਕਿਆ ਗਿਆ ਸੀ। ਮੈਂ ਸਿੱਧੀ ਗੱਲ ਕਰਦਾ, ਕਿਸਾਨ ਮੋਰਚੇ ਦੇ ਵਿੱਚ ਵੀ ਮੈਂ ਕੁਝ ਢੋਲੀਆਂ ਦਾੜੀਆਂ ਵਾਲੇ ਲੀਡਰ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਕਰਤੂਤ ਤੇ ਕਿਰਦਾਰ ਤੋਂ ਵੀ ਜਾਣੂ ਹੋ ਗਿਆ। ਤੁਸੀਂ ਦੇਖੋ, ਹੈਰਾਨੀ ਨਹੀਂ ਹੁੰਦੀ ਕਿ ਇੱਕ ਪਾਰਟਿਕੂਲਰ ਆਈਡੀਓਲੋਜੀ ਦਾ ਬੰਦਾ ਆ ਜਿਹੜਾ ਸਿਸਟਮ ਦੇ ਵਿੱਚ, ਮੈਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਦਾ, ਜਿਹਨੇ ਬਿਊਰੋਕ੍ਰੇਸੀ ਦੇਖੀ ਹੈ, ਜਿਹੜਾ ਇੱਕ ਸਟੈਂਡ ਤੇ ਖੜਿਆ ਜਦੋਂ ਉਹਦੀ ਕੋਈ ਸਪੋਰਟ ਕਰਨ ਆਉਂਦਾ। ਉਹ ਯੂਥ ਹੈ ਜਿਹੜਾ ਹੁਣ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਵੀ, ਉਹ ਹੈਰਾਨੀ ਹੁੰਦੀ ਹੈ ਕਿ ਇਹ ਜਦੋਂ ਇਸ ਪਾਸੇ ਆ ਰਿਹਾ ਯੂਥ, ਇਹੀ ਵਾਲਾ ਯੂਥ ਕਿਉਂ ਟਾਰਗੇਟ ਹੋ ਕੇ ਚੱਕਿਆ ਜਾਂਦਾ। ਹੁਣ ਮੈਂ ਡਿਸਕਲੋਜ਼ ਤਾਂ ਨਹੀਂ ਕਰੂੰਗਾ, ਸਮ ਟੌਪ ਕਲਾਸ 1 ਰੈਂਕ ਸੀਗਾ ਮੇਰੀ ਇੰਟਰਵਿਊ ਦੇ ਵਿੱਚ, ਦੇ ਟਰਾਈ ਟੂ ਚੈੱਕ ਮਾਈ ਟੈਂਪਰਾਮੈਂਟ, ਤੇ ਮੈਨੂੰ ਹਾਸੇ 'ਚ ਨਾ ਇੰਗਲਿਸ਼ ਤੋਂ ਇੱਕੋ ਦਮ ਹਿੰਦੀ 'ਚ ਹੋ ਗਈ। सरदार जी औकात क्या तुम्हारी, सरदार जी औकात क्या तुम्हारी। ऑफिसर वाज ट्राइंग टू चेक मी। मैं अगों ਨੂੰ ਸਿੱਧਾ ਕਿਹਾ, आज़ाद देश का आज़ाद नागरिक हूँ, अपने हक जानता हूँ और मुझे क्या औकात चाहिए। ਐਂਡ ਉਹ ਜ਼ਿੰਦਗੀ ਦਾ ਜਵਾਬ ਆ। ਜਿੱਦਣ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਗਿਆ, ਕੁਐਸਚਨ ਕਰਨ ਲੱਗ ਗਏ, ਪੋਲੀਟੀਕਲ ਅਕਾਊਂਟੇਬਿਲਿਟੀ ਤੇ ਗੱਲ ਕਰਨ ਲੱਗ ਗਏ, ਕੰਟਰੀਬਿਊਟ ਕਰਨ ਲੱਗ ਗਏ ਆਪਣੇ ਆਪ। ਕਹਿੰਦੇ ਜੀ ਦਫ਼ਤਰ ਇਸ ਵੇਲੇ ਰਿਸੀਵ ਨਹੀਂ ਕਰਾ ਸਕਦੇ, ਬੰਦ ਹੋ ਗਏ। ਦੇਰ ਹੋ ਗਈ, 3:45 ਵਜੇ ਦੇਰ ਹੋ ਗਈ ਸੀ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ। ਤੇ ਫਿਰ ਉੱਥੋਂ ਕੋਈ ਹੱਸ ਕੇ ਕਹਿੰਦਾ, ਯਾਰ ਹਲੇ 6 ਤਾਂ ਨਹੀਂ ਵੱਜੇ ਵੈਸੇ। ਤੇ ਉਹ ਹੁਣ ਮੈਂ ਉਹ ਤੋਂ ਬਾਅਦ ਪਤਾ ਕੀਤਾ ਵੀ ਇੱਕ 6 ਵਜੇ ਵਾਲਾ ਚੁਟਕਲਾ ਅੱਜ ਕੱਲ੍ਹ ਬਹੁਤ ਮਸ਼ਹੂਰ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਹਾਲਾਤਾਂ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ ਇਸ ਵੇਲੇ ਕੀ ਕੁਝ ਹੋ ਰਿਹਾ ਹੈ। ਦਿਨ ਦਿਹਾੜੇ ਕਤਲ ਹੋ ਰਹੇ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਤੇ ਸਿੱਧੇ ਤੌਰ ਤੇ ਪੰਜਾਬ ਦੀ ਸਰਕਾਰ ਤੇ ਵੱਡੇ ਸਵਾਲ ਉੱਠ ਰਹੇ ਨੇ। ਗ੍ਰਹਿ ਵਿਭਾਗ ਦੇ ਉੱਪਰ ਵੀ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਕਿ ਕੁਝ ਲੋਕਾਂ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਕਿ ਗ੍ਰਹਿ ਵਿਭਾਗ ਪੰਜਾਬ ਦਾ ਪੰਜਾਬ ਦੀ ਸਰਕਾਰ ਦੇ ਹੱਥ ਨਹੀਂ, ਉਹ ਵੀ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ। ਇਸੇ ਕਰਕੇ ਵੱਡੀਆਂ ਕੁਤਾਹੀਆਂ ਜਿਹੜੀਆਂ ਨੇ ਇਸ ਖਿੱਤੇ ਦੇ ਵਿੱਚ ਹੋ ਰਹੀਆਂ। ਇੱਕ ਨੌਜਵਾਨ ਸਾਡੇ ਨਾਲ ਨੇ ਜਿਹੜਾ ਇੱਥੇ ਪੰਜਾਬ ਸਰਕਾਰ ਨੂੰ ਸਲਾਹ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਮਸਲੇ ਦਾ ਹੱਲ ਕਰ ਸਕਦੇ ਹਾਂ। ਜਿਹੜੀ ਕਤਲ-ਗਾਰਤ ਹੋ ਰਹੀ ਹੈ, ਜਿਸ ਤਰੀਕੇ ਨਾਲ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ, ਨੌਜਵਾਨਾਂ ਦਾ ਗੈਂਗਸਟਰਾਂ ਵਾਲੇ ਪਾਸੇ ਰੁਝਾਨ ਜਿਹੜਾ ਵੱਧ ਰਿਹਾ, ਉਹਦੇ ਨਾਲ ਗੱਲਬਾਤ ਕਰਕੇ ਸਮਝਣਾ ਕਿ ਭਗਵੰਤ ਮਾਨ ਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕੀ ਪਹੁੰਚ ਹੋ ਪਾਈ ਹੈ, ਕਿਹੜੇ ਮਸਲੇ ਨੇ, ਕਿਸ ਤਰੀਕੇ ਨਾਲ ਕਤਲ-ਗਾਰਤ ਰੁਕ ਸਕਦੀ ਹੈ। ਗੱਲਬਾਤ ਕਰਾਂਗੇ। ਗੁਰਮੋਹਨ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਤੇ ਇਹ ਬੜੀ ਅਸੀਂ ਕਹ ਲਈਏ ਨਾਜ਼ੁਕ ਸਥਿਤੀ ਦੇ ਵਿੱਚ ਲੰਘ ਰਹੇ ਹਾਂ ਅਸੀਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਮਝ ਰਹੇ ਹੋ ਆਪਣੇ ਹਿਸਾਬ ਦੇ ਨਾਲ,
ਕੀ ਪਹੁੰਚ ਕਰਨਾ ਚਾਹੁੰਦੇ ਹੋ ਮੁੱਖ ਮੰਤਰੀ ਤੱਕ? ਕਿਸ ਤਰੀਕੇ ਨਾਲ ਕਤਲ-ਗਾਰਤ ਰੁਕ ਸਕਦੀ ਜਾਂ ਕਿਸ ਤਰੀਕੇ ਨਾਲ ਮਾਹੌਲ ਜਿਹੜਾ ਸ਼ਾਂਤ ਹੋ ਸਕਦਾ ਪੰਜਾਬ? ਦੇਖੋ, ਜਿਵੇਂ ਤੁਸੀਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਕਿ ਪੰਜਾਬ ਦਾ ਜਿਹੜਾ ਗ੍ਰਹਿ ਵਿਭਾਗ ਆ ਉਹ ਦਿੱਲੀ ਤੋਂ ਚੱਲ ਰਿਹਾ ਹੈ, ਤੇ ਉਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਹੈਗੀ ਆ, ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਦੇ ਨਾਲ, ਇਹ ਅਕਸਰ ਹੁੰਦਾ ਆ। ਕਿਉਂਕਿ ਪੰਜਾਬ ਦੀ ਰੀਜਨਲ ਪਾਰਟੀ ਨਹੀਂ ਹੈਗੀ ਜਿਹੜੀ ਇਸ ਵੇਲੇ ਆਈ ਹੈ ਸੱਤਾ 'ਚ, ਉਹਨੂੰ ਪੰਜਾਬ ਦੇ ਦਰਦਾਂ ਬਾਰੇ ਕੁਝ ਨਹੀਂ ਪਤਾ। ਇਹ ਚੀਜ਼ ਅਸੀਂ ਉਦੋਂ ਦੇਖ ਸਕਦੇ ਹਾਂ ਜਦੋਂ SYL ਦਾ ਮੁੱਦਾ ਛਿੜਦਾ, ਇਹ ਚੀਜ਼ ਅਸੀਂ ਉਦੋਂ ਦੇਖ ਸਕਦੇ ਹਾਂ ਜਦੋਂ ਪੰਜਾਬੀਅਤ ਦੀ ਗੱਲ ਤੁਰਦੀ ਆ, ਉਹ ਨਹੀਂ ਖੜਦੇ ਹੈਗੇ। ਉਸ ਤੋਂ ਇਲਾਵਾ ਤੁਸੀਂ ਦਿੱਲੀ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਲੈਨਿੰਗ ਦੇ ਨਾਲ ਪੰਜਾਬੀ ਨੂੰ ਬਾਹਰ ਕੀਤਾ ਗਿਆ, ਤੇ ਉਹੀ ਚੀਜ਼ਾਂ ਹੁਣ ਪੰਜਾਬ ਦੇ ਵਿੱਚ ਇੱਕ ਜਿਹੜੀ ਪੁੱਠ ਚੜਾਈ ਜਾ ਰਹੀ ਆ, ਉਹ ਬੰਦੇ ਇੱਥੋਂ ਰਾਜ ਸਭਾ ਦੇ ਵਿੱਚ ਭੇਜੇ ਜਾ ਰਹੇ ਆ ਜਿਨ੍ਹਾਂ ਨੂੰ ਪੰਜਾਬੀ ਤੱਕ ਬੋਲਣੀ ਨਹੀਂ ਆਉਂਦੀ ਹੈਗੀ, ਤੇ ਉਹ ਕਿਸੇ ਭਾਸ਼ਾ ਨੂੰ ਕਹਿੰਦੇ ਪਹਿਲਾਂ ਸਿੱਖਣਾ ਪੈਂਦਾ ਹੁੰਦਾ, ਤੇ ਉਹਨਾਂ ਦੇ ਵਿੱਚ ਇੰਨੀ ਕਾਬਲੀਅਤ ਜਾਂ ਇੰਨੀ ਵਿਲ ਪਾਵਰ ਹੈ ਨਹੀਂ ਕਿ ਉਹ ਪੰਜਾਬੀਅਤ ਨੂੰ ਜਾਣ ਪਾਉਣ ਉਸ ਤਰੀਕੇ ਨਾਲ। ਤੇ ਹੁਣ ਦੂਜੀ ਗੱਲ ਆ ਕਿ ਪੰਜਾਬ ਦੀ ਨੌਜਵਾਨੀ ਖਤਮ ਕਿਵੇਂ ਹੋ ਰਹੀ ਆ, ਜਦੋਂ ਜਿਹੜਾ ਬੰਦਾ ਇੱਕ ਸੋਚ ਦੀ ਗੱਲ ਕਰਦਾ ਆ ਉਹ ਖਤਮ ਕਰ ਦਿੱਤਾ ਜਾਂਦਾ ਆ, ਆਵਾਮ ਨੂੰ ਜਗਾਉਂਦਾ ਹੈ। ਫਿਰ ਕੋਈ ਸਪੋਰਟਸ ਪਰਸਨ ਆ, ਕੋਈ ਰੋਲ ਮਾਡਲ ਆ, ਉਹ ਖਤਮ ਕਰ ਦਿੱਤਾ ਜਾਂਦਾ। ਫਿਰ ਜਿਹੜਾ ਕਲਮ ਦੇ ਜ਼ਰੀਏ ਜਗਾਉਂਦਾ ਖਤਮ ਕਰ ਦਿੱਤਾ ਜਾਂਦਾ। ਹੁਣ ਦੁਨੀਆ ਦਾ ਇੱਕ ਬੜਾ ਛੋਟਾ ਜਿਹਾ ਦੇਸ਼ ਹੈ ਦਾਗਿਸਤਾਨ, ਉਹ ਪਰ ਸਾਰੇ ਜਾਣਦੇ ਨੇ ਤਕਰੀਬਨ। ਉੱਥੇ ਤੇ 2 ਬੰਦੇ ਇਹੋ ਜਿਹੇ ਹੋਏ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਇੱਕ ਤਾਂ ਰਜ਼ੂਲ ਹਮਜ਼ਾ ਤੋਪ ਜਿਹਨੇ ਕਿਤਾਬ ਲਿਖੀ ਮੇਰਾ ਦਾਗਿਸਤਾਨ, ਤੇ ਦੂਜਾ ਖਬੀਬ ਨੁਰਗਮਾਨਦੇਵ ਜਿਹੜਾ MMA ਦਾ ਅਨਡਿਸਪਿਊਟਿਡ ਫਾਈਟਰ ਰਿਹਾ, ਮਤਲਬ ਇੱਕ ਸਪੋਰਟਸ ਪਰਸਨ ਤੇ ਇੱਕ ਰਾਈਟਰ, ਤੇ ਉਹੀ ਤਾਂ ਖਤਮ ਕਰ ਰਿਹਾ ਹੈ ਪੰਜਾਬ 'ਚ। ਇੱਕ ਰਾਈਟਰ ਖਤਮ ਕਰ ਦਿੱਤਾ ਇਹਨਾਂ ਨੇ ਜਿਹਦੀ ਕਲਮ ਅਵੇਅਰ ਕਰਾ ਰਹੀ ਸੀ। ਠੀਕ ਹੈ, ਉਹ ਨੌਜਵਾਨੀ 'ਚ ਗੁੰਮਰਾਹਕੁਨ ਰਾਹਾਂ ਤੋਂ ਉੱਠਿਆ, ਉਹਦੇ ਅੰਦਰ ਇੱਕ ਮੱਧ ਵਰਗ ਵਾਲਾ ਐਗਰੈਸ਼ਨ ਸੀਗਾ। ਘਰ 'ਚ ਜਿੱਡਾ ਮੋਟਾ ਸੰਗਲ ਹੁੰਦਾ ਓਨਾ ਹੀ ਉੱਚਾ ਉੱਠਣ ਨੂੰ ਦਿਲ ਕਰਦਾ। ਉਹ ਧੱਕਿਆਂ ਦੇ ਵਿੱਚ ਜੰਮਿਆ ਸੀਗਾ, ਇਸ ਲਈ ਉਹਨੇ ਇੱਕ ਵਾਰੀ ਕਹਿਤਾ ਕਿ ਹੁਣ ਸਾਡਾ ਚੱਲਦਾ ਹੈ ਧੱਕਾ, ਅਸੀਂ ਤਾਂ ਕਰਦੇ। ਬਾਰ-ਬਾਰ ਕਹਿ ਰਹੇ ਆ ਨਾ ਕਿ ਜੋ ਉਹਨੇ ਪ੍ਰਮੋਟ ਕੀਤਾ ਉਹਦੇ ਕਰਕੇ। ਉਹਨੇ ਤਾਂ ਫਿਰ ਇਹ ਵੀ ਕਿਹਾ ਕਿ ਲੀਡਰ ਭਰਾਉਂਦੇ ਦੇ ਕੇ ਆਟਾ ਇਹਨਾਂ ਨੂੰ, ਤੇ ਉਦੋਂ ਜ਼ਮੀਰ ਕਿੱਥੇ ਜਾਂਦੀ ਹੈ ਨਾ, ਇਹਨਾਂ ਨੂੰ ਹੀ ਮਾਰਦੇ ਆ ਚਪਾਟਾ। ਤੇ ਕਿੱਦਾਂ ਦੇ ਬੰਦਿਆਂ ਨੂੰ ਲੋਕਾਂ ਨੇ ਇੱਥੇ ਹਰਾਇਆ। ਤੇ ਇਹ ਵੀ ਅਸੀਂ ਦੇਖ ਸਕਦੇ ਹਾਂ ਕਿ ਪਾਰਟੀ ਆਉਣ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਮੀਡੀਆ ਦਾ ਵੀ ਵੈਕਿਊਮ ਕ੍ਰੀਏਟ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਡੀਪ ਸਟੇਟ ਦੀ ਗੱਲ ਕਰ ਰਹੇ ਹਾਂ। ਹੁਣ ਡੀਪ ਸਟੇਟ ਜਿਹੜੀ ਆ ਉਹ ਸਿੱਧੀ ਤਾਂ ਸਾਨੂੰ ਦਿਖਦੀ ਨਹੀਂ, ਉਹ ਪਰਤਾਂ ਦੇ ਵਿੱਚ ਆ। ਜਿਵੇਂ ਉਹ ਹੁਣ ਦੇਖ ਸਕਦੇ ਆ ਕਿ ਕੰਮ ਕੋਈ ਹੈ, ਕਰਾ ਕੌਣ ਰਿਹਾ। ਇਹ ਸਾਰੇ ਜਿਹੜੇ ਕਤਲ ਨੇ ਕੁਛ ਤਾਂ ਸ਼ੱਕੀ ਹਾਲਾਤਾਂ ਦੇ ਵਿੱਚ ਹੋਏ ਆ। ਬੜੀ ਅਹਿਮ ਚੀਜ਼ ਤੁਸੀਂ ਛੇੜੀ ਹੈ ਕਿ ਇਹ ਕਿਸ ਤਰੀਕੇ ਨਾਲ ਪਲੈਨਿੰਗ ਹੋ ਰਹੀ ਹੈ। ਸਿੱਧੇ ਤੌਰ ਤੇ ਇਹ ਆਮ ਲੋਕਾਂ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ ਕਿ ਜਿਹੜੀ ਚੀਜ਼ ਦਿਖਾਈ ਕੀ ਜਾ ਰਹੀ ਹੈ ਤੇ ਪਰਦੇ ਦੇ ਪਿੱਛੇ ਕੀ ਚੱਲ ਰਿਹਾ। ਪਰ ਜੋ ਸਾਨੂੰ ਦਿਖ ਰਿਹਾ ਉਹ ਦਿਖ ਰਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਝੋਲੀ ਦੇ ਵਿੱਚ ਇੱਕ CMਸ਼ਿਪ ਦੀ ਖੈਰਾਤ ਬਖਸ਼ੀ ਆ ਮਾਨ ਸਾਹਿਬ ਨੂੰ। ਕਿਉਂਕਿ ਇੱਕ ਜੇ ਆਪਾਂ ਦੇਖੀਏ ਅਕਸਰ ਮਹਿਲਾਂ ਦੀਆਂ ਗੱਲਾਂ ਕਰਦੇ ਸੀ, VVIP ਕਲਚਰ ਦੀਆਂ ਗੱਲਾਂ ਕਰਦੇ ਸੀਗੇ, ਤੇ ਉਹਦੇ ਵਿੱਚ ਹੀ ਖੁਦਾ ਫਸੇ ਨੇ। ਹੁਣ ਦੇਖੋ ਇਸੇ ਤਰੀਕੇ ਨਾਲ ਕੈਪਟਨ ਨਿੰਦਦਾ ਹੁੰਦਾ ਸੀ। ਮਾਫ ਕਰਿਓ, ਮੈਂ ਇਸ ਵੇਲੇ ਜਜ਼ਬਾਤ ਖੋ ਚੁੱਕਿਆ ਕਿ ਮੈਂ ਇਹਨਾਂ ਨੂੰ ਇੱਜ਼ਤ ਦੇ ਪਾਵਾਂ। ਮੈਂ ਹੁਣ ਦੇ ਜਿਹੜੇ CM ਸਾਹਿਬ ਨੇ ਉਹਨਾਂ ਲਈ ਵੀ ਮਾਨਯੋਗ ਲਿਖਿਆ, ਪਰ ਲੈਟਰ 'ਚ ਬ੍ਰੈਕਟ 'ਚ ਲਿਖਿਆ। ਤੇ ਜੇ ਮੈਂ ਇੱਕ ਉਮੀਦ ਤੇ ਅੰਤ ਕੀਤਾ ਕਿ ਮੈਂ ਉਮੀਦ ਕਰਦਾ ਅਗਲੀ ਵਾਰ ਜਦੋਂ ਮੈਂ ਤੁਹਾਨੂੰ ਚਿੱਠੀ ਲਿਖਾਂ, ਮੈਨੂੰ ਪਲੱਤਣ ਵਾਲਾ ਕਾਗਜ਼ ਨਾ ਵਰਤਣਾ ਪਵੇ, ਕਾਲੇ ਰੰਗ ਦੀ ਸ਼ਾਹੀ ਨਾ ਵਰਤਣੀ ਪਵੇ, ਤੇ ਮੈਂ ਮਾਨਯੋਗ ਨੂੰ ਬ੍ਰੈਕਟ 'ਚ ਨਾ ਲਿਖਾਂ। ਪਰ ਹਲੇ ਮੈਂ ਬ੍ਰੈਕਟ 'ਚ ਲਿਖ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਕਾਹਦਾ ਮਾਣ ਕੀਤਾ ਜਾਵੇ। ਬਿਲਕੁਲ, ਜਿਹੜਾ ਲੈਟਰ ਤੁਹਾਡੇ ਕੋਲ ਹੈਗਾ ਮੈਂ ਕਹਿੰਦਾ ਉਹ ਵੀ ਤੁਸੀਂ ਦਿਖਾ ਦਿਓ, ਕਿਉਂਕਿ ਗੁਰਮੋਹਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਪੜ੍ਹਾਈ ਦੇ ਖਿੱਤੇ ਦੇ ਵਿੱਚ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਰਹਿ ਕੇ, ਦੇਸ਼ ਦੇ ਵਿੱਚ ਰਹਿ ਕੇ ਵੱਡੀਆਂ ਚੀਜ਼ਾਂ ਹਾਸਿਲ ਕੀਤੀਆਂ ਜਾਣ। ਪਰ ਕਿਸਾਨ ਅੰਦੋਲਨ ਦੇ ਦੌਰਾਨ ਤੁਹਾਨੂੰ ਇੱਕ ਅਲੱਗ ਚੀਜ਼ ਮਹਿਸੂਸ ਹੋਈ ਕਿ ਸਾਰਾ ਸਿਸਟਮ ਜਿਹਦੇ ਲਈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉਹ ਸਿਸਟਮ ਹੀ ਗਲਤਾਨ ਹੈਗਾ, ਤੇ ਉਸ ਸਿਸਟਮ ਦੇ ਵਿੱਚ ਰਹਿ ਕੇ ਹੀ ਕੰਮ ਨਹੀਂ ਕੀਤਾ ਜਾ ਸਕਦਾ। ਤੁਸੀਂ ਉਹ ਸਾਰੀ ਪੜ੍ਹਾਈ, ਉਹ ਸਾਰੀ ਚੀਜ਼ਾਂ ਵੀ ਛੱਡ ਦਿੱਤੀਆਂ? ਨਹੀਂ, ਮੈਂ ਪੜ੍ਹਾਈ ਨਹੀਂ ਛੱਡੀ, ਮੈਂ ਪੜ੍ਹਾਈ ਕਰਕੇ ਅਹੁਦਾ ਕੱਢ ਕੇ ਅਹੁਦੇ ਨੂੰ ਕਿਹਾ ਸਤਿ ਸ੍ਰੀ ਅਕਾਲ। ਕਿਹੜੇ ਅਹੁਦੇ ਲਈ ਟਰਾਈ? ਮੈਂ ਆਪਦੀ ਜ਼ਿੰਦਗੀ ਦੀਆਂ ਗੱਲਾਂ ਫੇਰ ਕਦੇ ਕਰਾਂਗਾ। ਇੱਥੇ ਹੁਣ ਗੱਲ ਹੋਈ ਹੈ ਨੌਜਵਾਨੀ ਦੀ, ਸਿੱਧੂ ਦੀ, ਸਾਰਿਆਂ ਦੀ ਇਕੱਠੀ। ਆਪਣੀ ਗੱਲ ਫੇਰ ਕਦੇ ਸੁਣਾਵਾਂਗੇ ਜਦੋਂ ਮਾਹੌਲ ਬੜਾ ਵਧੀਆ ਹੋ ਗਿਆ, ਉਸ ਦਿਨ ਸੁਣਾਵਾਂਗੇ ਕਦੇ। ਹਾਲੇ ਮੁੱਦੇ ਦੀ ਗੱਲ ਕਰੀਏ, ਮੈਂ ਆਪਣੇ ਬਾਤੇ ਮੁੱਦੇ ਦੀ ਜੇ ਅਸੀਂ ਗੱਲ ਕਰੀਏ, ਇਸ ਚਿੱਠੀ ਦੇ ਵਿੱਚ 6 ਨੁਕਤੇ ਨੇ ਤੁਹਾਡੇ। ਇਹ 6 ਨੁਕਤੇ ਕੀ ਹੈਗੇ ਨੇ, ਕਿਸ ਤਰੀਕੇ ਨਾਲ ਪੰਜਾਬ ਬਣ ਸਕਦਾ? ਇਹ ਜਿਹੜੇ 6 ਨੁਕਤੇ ਨੇ ਉਹ ਤਾਂ ਨੇ ਜੀ ਸਵਾਲ। ਮੈਂ ਪਹਿਲਾਂ ਹੱਲ ਦੱਸੇ ਨੇ, ਹੱਲਾਂ ਦੇ ਵਿੱਚ ਵੀ ਮੈਂ ਖਦਸ਼ਾ ਜਤਾਇਆ। ਕਿਉਂਕਿ ਅਕਸਰ ਕੀ ਹੋਇਆ, ਪੰਜਾਬ ਦਾ ਤੁਸੀਂ ਗ੍ਰਾਫ ਚੱਕੋ, ਮਾਰਕ ਟੱਲੀ ਦੀ ਕਿਤਾਬ ਸੀ ਨੋ ਫੁੱਲ ਸਟਾਪਸ ਇਨ ਇੰਡੀਆ, 84 ਵੇਲੇ ਦਾ ਜਰਨਲਿਸਟ ਆ, ਤੁਸੀਂ ਪੜ੍ਹੋ, ਉਸ ਵੇਲੇ ਵੀ ਇਦਾਂ ਦੇ ਹਾਲਾਤ ਸਿਰਜੇ ਗਏ।
ਠੀਕ ਹੈ ਜੀ। ਸਭ ਤੋਂ ਪਹਿਲਾਂ ਦਿਖਾਉਂਦੇ ਆ ਨੌਜਵਾਨੀ ਗੁੰਮਰਾਹ ਕਰਨੇ ਆ। ਹੁਣ ਇਹਨੂੰ ਠੱਲ ਪਾਉਣ ਦੇ ਲਈ ਇੱਕ ਐਕਸਟ੍ਰੀਮ ਪੁਲਿਸ ਐਕਸ਼ਨ ਦੀ ਲੋੜ ਹੈ। ਪੁਲਿਸ ਦਾ ਪਿੱਛੋਂ ਦੀ ਖੋਲ ਦਿੱਤਾ ਜਾਂਦਾ ਬਟਨ, ਫਿਰ ਜਿਹੜਾ ਬੰਦਾ ਇੱਥੇ ਜਿਹੜੀ ਪੰਜਾਬੀਅਤ ਦੀ ਗੱਲ ਕਰਦਾ, ਜਦੋਂ ਉਹਨੂੰ ਮਾਰ ਦਿੰਦਾ ਆ ਉਹਦੇ ਰੈਂਕਸ ਵੱਧਦੇ ਜਾਂਦੇ ਆ। ਜੇ ਤੁਸੀਂ ਪੰਜਾਬ ਦੇ ਕਾਲੇ ਦੌਰ ਦੀ ਗੱਲ ਕਰਦੇ ਹੋ, ਹੁਣ ਵੀ ਕੀ ਆ, 2-4 ਮੁੰਡਿਆਂ ਨੂੰ ਮਾਰ ਦੇਣਗੇ, ਐਨਕਾਊਂਟਰ ਕਰ ਦੇਣਗੇ, ਸਕੇਪਕੋਟ ਬਣਾ ਦੇਣਗੇ, ਕੀ ਇਹ ਪ੍ਰੋਬਲਮ ਖਤਮ ਹੋ ਜਾਊਗੀ? ਸੁਖਬੀਰ ਬਾਦਲ ਦੇ ਵੇਲੇ ਰੌਕੀ ਸੀਗਾ, ਰੌਕੀ ਨੇ ਅੱਗੇ ਜੈਪਾਲ ਨੂੰ ਗੈਂਗਸਟਰ ਦੇ ਰਾਹ ਵੱਲ ਤੋਰਿਆ, ਗੈਂਗਸਟਰ ਬਣ ਗਿਆ ਜੈਪਾਲ। ਮੈਂ ਗੈਂਗਸਟਰ ਨਹੀਂ ਕਹੂੰਗਾ ਉਹਨੂੰ, ਮੈਂ ਗੁੰਮਰਾਹਕੁਨ ਨੌਜਵਾਨ ਕਹੂੰਗਾ। ਇੱਕ ਲੈਵਲ ਤੇ ਸਰਵਾਈਵਲ ਕਰਨਾ ਸਾਨੂੰ ਪਤਾ, ਫਰੋਤੀਆਂ ਕਰਨੀਆਂ ਪੈਂਦੀਆਂ। ਜਦੋਂ ਬੰਦਾ ਇਸ ਰਾਹ ਵੱਲ ਤੁਰ ਪੈਂਦਾ ਆ, ਫਿਰ ਇੱਕ ਲੈਵਲ ਤੇ ਆ ਜਿਹੜਾ ਬ੍ਰੇਨ ਹੈ ਨਾ, ਇਹਦੇ ਵਿੱਚ ਈਗੋ ਦੀ ਥਾਂ ਤੇ ਇੱਡ ਆ ਜਾਂਦੀ ਆ, ਸੁਪਰ ਈਗੋ ਆ ਜਾਂਦੀ ਆ। ਉਹ ਮੈਂਟਲ ਲੈਵਲ ਦੀਆਂ ਗੱਲਾਂ ਨੇ, ਬੰਦਾ ਨਹੀਂ ਸਮਝ ਪਾਉਂਦਾ, ਉਹ ਫਿਰ ਵੱਧਦੀਆਂ ਜਾਂਦੀਆਂ ਅੱਗੇ ਚੀਜ਼ਾਂ, ਕਿਉਂਕਿ ਉਹ ਨਸੂਰ ਬਣ ਜਾਂਦੇ ਆ ਜ਼ਖਮ ਉਹਨਾਂ ਦੇ। ਇਹਨਾਂ ਤੋਂ ਬਚਾਉਣਾ ਕਿਵੇਂ ਬੜੀ ਅਹਿਮ ਚੀਜ਼ ਆ। ਤੁਸੀਂ ਇਹਨਾਂ ਤੋਂ ਬਚਾਉਣ ਦੀ ਗੱਲ ਹੈ ਰਿਹੈਬਿਲਿਟੇਸ਼ਨ ਦੀ। ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਇੰਟੈਰੋਗੇਸ਼ਨ ਕਿਵੇਂ ਹੋ ਰਹੀ ਹੈ। ਹੁਣ ਤੁਸੀਂ ਹੈਰਾਨ ਹੋਵੋਗੇ, ਬਟ ਨਿਰਾ ਕੋਰਾ ਸੱਚ ਹੈ, ਜਿਹੜੀਆਂ ਏਜੰਸੀਜ਼ ਇੰਟੈਰੋਗੇਟ ਕਰਦੀਆਂ ਨੇ, ਉੱਥੇ ਇੰਟੈਰੋਗੇਸ਼ਨ ਦੇ ਨਾਲ ਇੱਕ ਹੋਰ ਚੀਜ਼ ਹੁੰਦੀ ਹੈ, ਮੈਨੀਪੂਲੇਸ਼ਨ, ਕਿਉਂਕਿ ਉਹਨਾਂ ਲਈ ਤਾਂ ਫਾਈਲ ਹੈ ਬਾਈ, ਕਿਸੇ ਨੂੰ ਬਚਾਉਣਾ, ਕਿਸੇ ਨੂੰ ਕਰਨਾ। ਤੇ ਆਪਣੇ ਕੋਲ ਇੱਕ ਬੜੀ ਸੌਖੀ ਜੀ ਚੀਜ਼ ਹੈ, ਨੈਸ਼ਨਲ ਸਿਕਿਉਰਿਟੀ ਦੇ ਨਾਂ ਤੇ ਕਿਸੇ ਦਾ ਵੀ ਕਤਲ ਕਰ ਦਿਓ, ਕਿਸੇ ਨੂੰ ਵੀ ਵਿਕਟਿਮ ਬਣਾ ਦਿਓ, ਕਿਉਂਕਿ ਸਾਰੀ ਏਜੰਸੀਜ਼ ਦਾ ਓਵਰਪਲੇ ਹੈ। ਉੱਥੇ ਡੀਪ ਸਟੇਟ ਦੀ ਫੇਰ ਗੱਲ ਆਉਂਦੀ ਹੈ। ਬੜੀ ਇਹ ਅਹਿਮ ਚੀਜ਼ ਹੈ ਕਿ ਜਿਹੜੇ ਨੌਜਵਾਨਾਂ ਦਾ ਤੁਸੀਂ ਜ਼ਿਕਰ ਕੀਤਾ, ਪਿਛਲਾ ਵੀ ਜੈਪਾਲ ਹੋ ਗਿਆ ਜਾਂ ਹੋਰ ਗੈਂਗਸਟਰ ਵੀ ਹੋ ਗਏ, ਬਹੁਤ ਸਾਰੇ ਪਲੇਅਰਾਂ ਦਾ ਜਦੋਂ ਜ਼ਿਕਰ ਆਉਂਦਾ ਨਾ, ਉਹ ਪਲੇਅਰ ਰਹੇ ਨੇ ਪਿੱਛੋਂ, ਕਿਸੇ ਨਾ ਕਿਸੇ ਖੇਡ ਦੇ ਵਿੱਚ ਰਹੇ ਨੇ। ਬਹੁਤ ਸਾਰੇ ਗੈਂਗਸਟਰ, ਜਿਨ੍ਹਾਂ ਨੂੰ ਗੈਂਗਸਟਰ ਤੁਸੀਂ ਕਹਿੰਦੇ ਕਿ ਗੁੰਮਰਾਹਕੁਨ ਨੌਜਵਾਨ ਹੈਗੇ ਆ, ਲੱਗਦਾ ਕਿ ਬੜੀ ਚਿੰਤਾ ਦੀ ਗੱਲ ਹੈ ਕਿ ਜਿਨ੍ਹਾਂ ਨੇ ਖੇਡ ਦੇ ਵਿੱਚ ਕਿਤੇ ਨਾ ਕਿਤੇ ਲਿਆ ਕੇ ਦੇਸ਼ ਲਈ ਮੈਡਲ ਲਿਆਉਣੇ ਸੀ, ਤਮਗੇ ਲਿਆਉਣੇ ਸੀਗੇ, ਉਹਨਾਂ ਨੂੰ ਹੀ ਚੁਣਿਆ ਜਾਂਦਾ, ਪ੍ਰਧਾਨ ਬਣਾ ਦਿੱਤਾ ਜਾਂਦਾ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਪ੍ਰਧਾਨ ਬਣਾ ਕੇ, ਫਿਰ ਉਹਨਾਂ ਨੂੰ ਸਿਆਸੀ ਪੁੱਠ ਚਾੜ ਕੇ ਆਪਣੇ ਹਿਸਾਬ ਨਾਲ ਵਰਤਿਆ ਜਾਂਦਾ। ਬਿਲਕੁਲ ਵਰਤਿਆ ਜਾਂਦਾ। ਹੁਣ ਇੱਥੇ ਗੱਲ ਕਰ ਰਹੇ ਸੀ, ਫਿਲਮ ਬੜੀ ਕੰਟਰੋਵਰਸੀ ਚ ਰਹੀ ਉਹਦੀ, ਸੁੱਖਾ ਕਾਲਵਾਂ ਦੀ, ਤੇ ਉਹਨਾਂ ਵਿੱਚ ਵੈਸੇ ਹੀ ਮੇਰੀ ਕੋਸ਼ਿਸ਼ ਹੈ ਕਿ ਮੈਂ ਗ੍ਰਾਸ ਰੂਟ ਲੈਵਲ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜੁਵੀਨਾਈਲ ਨਾਲ। ਤੇ ਉਹ 18 ਸਾਲ ਦਾ ਮੁੰਡਾ ਕਹਿੰਦੇ, ਯਾਰ ਬਾਈ ਐਡਾ ਨਿਸ਼ਾਨਾ ਸੀ, ਬੰਦਾ ਨਾ ਐ ਅੱਖਾਂ ਬੰਦ ਕਰਕੇ ਕੰਨ ਤੋਂ ਸੁਣ ਕੇ ਗੋਲੀ ਮਾਰਦਾ ਸੀ। ਜੇ 6 ਗੋਲੀਆਂ ਨੇ, 6 ਦੀਆਂ 6 ਨਿਸ਼ਾਨੇ ਤੇ ਜੇ ਉਹ ਬੰਦਾ ਸ਼ੂਟਿੰਗ ਦੇ ਵਿੱਚ ਹੁੰਦਾ, ਜਦੋਂ ਉਹਨੂੰ ਸਪੋਰਟਸ ਸਿਖਾਈਆਂ ਜਾਂਦੀਆਂ, ਸਪੋਰਟਸ 'ਚ ਕੀ ਹੁੰਦਾ, ਤੁਸੀਂ ਫੀਲਡ 'ਚ ਵੜ ਜਾਂਦੇ ਹੋ, ਇੱਕ ਓਪੋਨੈਂਟ ਹੁੰਦਾ ਤੁਹਾਡਾ, ਟੀਮ ਵਰਕ ਹੁੰਦਾ, ਤੁਸੀਂ ਪੂਰੀ ਫਾਈਟ ਵੀ ਕਰਦੇ ਹੋ ਜਿੱਤਣ ਵਾਸਤੇ, ਪਰ ਤੁਸੀਂ ਗਰਾਊਂਡ ਤੋਂ ਬਾਹਰ ਕੀ ਹੁੰਦੇ ਹੋ, ਦੋਸਤ ਹੁੰਦੇ ਹੋ। ਇਹ ਸਪੋਰਟਸ ਦੀ ਵੈਲਿਊ ਸੀ। ਹੁਣ ਇਹ ਜਿਹੜੇ ਐਕਸਟ੍ਰੀਮ ਰੈਂਕਸ ਤੇ ਪਹੁੰਚੇ, ਪੁਲਿਸ ਦੇ ਲਈ ਇਹ ਚੈਲੰਜਿੰਗ ਬਣ ਗਏ। ਕਿਉਂ ਬਣ ਗਏ? ਕਿਉਂਕਿ ਸਪੋਰਟਸ ਮੈਂਟੈਲਿਟੀ ਵਾਲੇ ਬੰਦੇ ਸੀ। ਜੇ ਇਹੀ ਬੰਦੇ ਪੁਲਿਸ ਦੇ ਵਿੱਚ ਹੁੰਦੇ ਤਾਂ ਹੱਲ ਕੁਝ ਹੋਰ ਹੋ ਸਕਦਾ ਸੀ, ਨਤੀਜੇ ਹੋਰ ਹੋ ਸਕਦੇ ਸੀ। ਹੁਣ ਵਰਲਡ ਦੀਆਂ ਜਿਹੜੀਆਂ ਮੋਸਟ ਐਡਵਾਂਸਡ ਪ੍ਰਿਜ਼ਨਸ ਨੇ, ਜੇਲ੍ਹਾਂ ਨੇ, ਉਹਨਾਂ ਦੇ ਵਿੱਚ ਕੀ ਹੋ ਰਿਹਾ ਇਸ ਵੇਲੇ? ਉਹ ਕਹਿੰਦੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਖੁਦ ਤਾਂ ਮਾਫ ਕਰੋ, ਕਿਸੇ ਹੋਰ ਤੋਂ ਮਾਫੀ ਦੀ ਖੈਰਾਤ ਬਾਅਦ ਚੋਂ ਲਿਓ। ਉਹ ਕ੍ਰਿਮੀਨਲ ਹੈ ਜਿਹੜਾ, ਉਹਨੇ ਆਪਦਾ ਮਨ ਹੀ ਸਾਫ਼ ਕਰ ਲਿਆ, ਆਪਦੇ ਅੰਦਰ ਉਹਦੇ ਕ੍ਰਾਈਮ ਚਲਾ ਗਿਆ। ਇਹ ਰਿਫਾਰਮੇਟਿਵ ਥਿਊਰੀਜ਼ ਦੀ ਗੱਲ ਹੈ। ਹੁਣ ਔਰੰਗਜ਼ੇਬ ਹੈ, ਖਿਦਰਾਣੇ ਦੀ ਢਾਬ ਦੇ ਉੱਤੇ ਜਦੋਂ ਹਾਰ ਗਿਆ, ਉੱਥੇ ਨਹੀਂ ਸੀ ਹਾਰਿਆ, ਅਸਲ ਹਾਰ ਉਹਦੀ ਜ਼ਫਰਨਾਮੇ ਨਾਲ ਹੋਈ ਸੀ। ਸੋ ਸੈਂਸਿਟਾਈਜੇਸ਼ਨ ਦਾ ਮੁੱਦਾ ਆ, ਉਹਨਾਂ ਨੂੰ ਰਿਅਲਾਈਜ਼ ਤਾਂ ਕਰਾਓ ਕਿ ਉਹਨਾਂ ਤੋਂ ਹੋਇਆ ਕੀ ਹੈ। ਉਹ ਰਿਅਲਾਈਜ਼ ਕੌਣ ਕਰਾ ਸਕਦਾ ਆ? ਲਾਰੈਂਸ ਬਿਸ਼ਨੋਈ ਹੈ, ਮੰਨ ਲਓ, ਉਹਦੀ ਸ਼ਕਲ ਸਾਹਮਣੇ ਸਿੱਧੂ ਮੂਸੇਵਾਲੇ ਦੀ ਮਾਂ ਆਉਂਦੀ ਹੋਊਗੀ, ਉਹਨੂੰ ਪਛਤਾਵਾ ਨਹੀਂ ਹੁੰਦਾ ਹੋਊਗਾ? ਤੁਹਾਨੂੰ ਕੀ ਲੱਗਦਾ? ਰੂਹ ਲਾਂਤ ਨਹੀਂ ਪਾਉਂਦੀ ਹੋਊਗੀ ਜਦੋਂ ਦੇਖਦਾ ਹੋਊਗਾ ਕਿਸੇ ਦੇ ਪਿਓ ਦੀ ਪੱਗ ਏਦਾਂ ਖੁੱਲ ਗਈ? ਹੱਡ ਮਾਸ ਦਾ ਹੀ ਜਾਇਆ ਜਦੋਂ ਦੇਖਦਾ ਹੋਊਗਾ ਕਿ ਇੱਕ ਮਾਂ ਆਪਣੇ ਪੁੱਤ ਦੀ ਲਾਸ਼ ਨੂੰ ਵੀ ਹੱਥਾਂ ਨਾਲ ਛਾਂ ਕਰ ਰਹੀ ਹੈ, ਜਦੋਂ ਦੇਖਦਾ ਹੋਊਗਾ ਕਿ ਪਿਓ ਪੂਰੇ ਸਾਰੇ ਬਾਜ਼ਾਰ ਦੇ ਵਿੱਚ। ਲਾਰੈਂਸ ਬਿਸ਼ਨੋਈ ਦੀ ਉਦਾਹਰਣ ਇਸ ਲਈ ਦਿੱਤੀ ਆ, ਮੈਂ ਉਸ ਲਾਰੈਂਸ ਬਿਸ਼ਨੋਈ ਨੂੰ ਵੀ ਇੱਕ ਲੈਵਲ ਤੇ ਮਾਸੂਮ ਸਮਝਦਾ। ਕਿਉਂ ਸਮਝਦਾ ਆ? ਇਹਨਾਂ ਦੇ ਮਾਨ ਸਾਹਿਬ ਦੀ ਮੈਂ ਸਾਰਾ ਰਾਬਤਾ ਇਹਨਾਂ ਨੂੰ ਹਵਾਲਾ, ਕਿਉਂਕਿ ਉਸੇ ਰੰਗ ਦੀ ਪੱਗ ਬੰਨ੍ਹਦੇ ਆ, ਬੜਾ ਇੱਕ ਕਿਰਦਾਰ ਮੰਨਦੇ ਆ ਇੱਕ ਨੂੰ। ਫਿਰ ਮੈਂ ਉਹਦੀ ਉਦਾਹਰਨ ਦਿੰਦਾ ਇਹਨਾਂ ਨੂੰ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਇਹ ਤਾਂ ਫਿਰ ਮੈਂ ਲਾਰੈਂਸ ਬਿਸ਼ਨੋਈ ਨੂੰ ਵੀ ਗਾਉਂਦਿਆਂ ਸੁਣਿਆ। ਤੇ ਤੁਸੀਂ ਜਦੋਂ ਕ੍ਰੋਸ ਇੰਟੈਰੋਗੇਸ਼ਨ ਕਰਦੇ ਹੋ ਕਿਸੇ ਦੇ ਨਾਲ, ਬੇਸਿਕਲੀ ਤੁਸੀਂ ਕਿਸੇ ਨੂੰ ਫਿਜ਼ੀਕਲ ਹਾਰਮ ਕਰਕੇ ਤਾਂ ਉਹਨੂੰ ਹੋਰ ਉਸ ਲੈਵਲ ਤੇ ਪਹੁੰਚਾ ਦਿੰਦੇ ਹੋ। ਕਈ ਆਪਦੀ ਪੇਨ ਚੋਂ ਪਲੇਜ਼ਰ ਡਰਾਈਵ ਕਰਨ ਲੱਗ ਜਾਂਦੇ ਆ। ਕ੍ਰਾਈਮ ਦੀਆਂ ਥਿਊਰੀਜ਼ ਨੇ। ਹਾਲੇ ਤਾਂ ਪੰਜਾਬ ਆਰਗੇਨਾਈਜ਼ਡ ਕ੍ਰਾਈਮ ਦੇ ਰਾਹ ਵੱਲ ਤੁਰਿਆ ਨਹੀਂ, ਇੱਥੇ ਕੋਈ ਆਰਗੇਨਾਈਜ਼ਡ ਕ੍ਰਾਈਮ ਨਹੀਂ ਆ ਹਾਲੇ। ਬਟ ਆਹ ਈਵੈਂਟ ਹੋਣ ਤੋਂ ਬਾਅਦ ਕਤਲਾਂ ਦੇ ਰੇਟ ਵੱਧ ਗਏ ਨੇ। ਤੁਸੀਂ ਆਹ ਸਾਰੀ ਚੀਜ਼ਾਂ ਦੇਖ ਸਕਦੇ ਹੋ, ਤੁਸੀਂ ਇਮੈਜਿਨ ਕਰ ਸਕਦੇ ਹੋ। ਹੁਣ ਮੈਨੂੰ ਕੋਈ ਸਵਾਲ ਪੁੱਛੂਗਾ ਕੀ ਹੈ, ਤਾਂ ਸਭ ਤੋਂ ਵੱਡੀ ਚੀਜ਼ ਇੱਥੇ ਅਨੁਭਵ ਹੈ, ਐਕਸਪੀਰੀਅੰਸ ਆ। ਮੈਂ ਗੱਲਾਂ ਸਿੱਧੀਆਂ ਸਭ ਤੋਂ ਪਹਿਲਾਂ ਹੱਲ ਦੇ ਵਿੱਚ ਮੈਂ ਖਦਸ਼ਾ ਜਤਾਇਆ ਕਿ ਆਹ ਹੋ ਸਕਦਾ ਆ, ਕਿਉਂਕਿ ਇਹਨਾਂ ਦਾ ਫਿਊਚਰ ਇਹੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ।
ਕਰ ਰਹੇ ਆ, ਪਲੈਨਡ ਵੇ ਦੇ ਨਾਲ ਕਰ ਰਹੇ ਆ। ਤੇ ਆਹੀ ਚੀਜ਼ਾਂ ਤੁਸੀਂ ਮੈਨੂੰ ਗੱਲ ਕੀਤੀ ਸੀ ਕਿ ਹਾਂ ਮੈਂ ਸੈਂਟਰ ਲੌਬੀ ਦੇ ਵਿੱਚ ਮੋਰਚੇ ਦੇ ਵਿੱਚ ਵੀ ਆਹੀ ਕੁਛ ਦੇਖਿਆ। ਜਿਹੜਾ ਮੇਰੀ ਸੈਕਿੰਡ ਮੈਂ ਲੈਟਰ ਫਾਈਲ ਕੀਤੀ ਸੀ ਉਹਦੇ ਵਿੱਚ ਮੈਂ ਭਾਈ ਰਵੀ ਸਿੰਘ ਖਾਲਸਾ, ਹੈਡ ਬਲਦੇਵ ਸਿੰਘ ਸਿਰਸਾ ਹੋਣਾ ਦੀਆਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਜਿਹੜੇ ਸਮਨ ਸੀ, ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਹਿ ਰਿਹਾ ਸੀ ਕਿ ਨੋਬੇਲ ਪ੍ਰਾਈਜ਼ ਵਾਸਤੇ ਭਾਈ ਰਵੀ ਸਿੰਘ ਨੂੰ ਨੋਮੀਨੇਟ ਕੀਤਾ ਜਾ ਰਿਹਾ ਤੇ ਤੁਸੀਂ ਉਸ ਬੰਦੇ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਮਨ ਮੰਗ ਰਹੇ ਹੋ, ਉਹਨੂੰ ਉੱਥੇ ਭੇਜ ਰਹੇ ਹੋ ਲੰਗਰ ਲਾਉਣ ਵਾਸਤੇ। ਤੇ ਫੰਡਿੰਗ ਦੀ ਇਹ ਗੱਲ ਕਰਦੇ ਆ, ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਆ, FCRA ਆ, ਤੇ ਜਿਹਦੇ ਸਿਰ ਤੇ ਬਾਹਰ ਦੀ ਫੰਡਿੰਗ ਰੋਕਦੇ ਆ। ਤੇ ਉਹ ਦੂਜੇ ਪਾਸੇ ਪੋਲੀਟੀਕਲ ਪਾਰਟੀਆਂ ਨੂੰ ਤੁਸੀਂ ਕਿੰਨੀ ਵੀ ਫੰਡਿੰਗ ਦੇ ਸਕਦੇ ਹੋ। ਇਹਨਾਂ ਬਾਰੇ ਮਾਸਿਸ ਨੂੰ ਅਵੇਅਰ ਕਰਾਉਣਾ ਜ਼ਰੂਰੀ ਆ। ਬਹੁਤ ਜ਼ਰੂਰੀ ਹੈ। ਜਿੱਦਾਂ ਹੁਣ ਤੁਸੀਂ ਪੁਆਇੰਟ ਆਪਾਂ ਗੱਲ ਕਰ ਰਹੇ ਸੀਗੇ ਵੀ ਇਸ ਤਰੀਕੇ ਨਾਲ ਸਰਕਾਰ ਕਰ ਸਕਦੀ ਹੈ ਇਹ ਚੀਜ਼ਾਂ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ। ਅੱਗੇ ਇਸ ਚਿੱਠੀ ਦੇ ਵਿੱਚ, ਕਿਉਂਕਿ ਇੱਕ ਬੰਦੇ ਨੇ ਜਦੋਂ ਚਿੱਠੀ ਲਿਖੀ ਹੁੰਦੀ ਹੈ ਨਾ ਉਹਦੇ ਵਿੱਚ ਵੀ ਹੁੰਦਾ ਕਿ ਆਹ ਵਾਲੀ ਪਰਤ ਦਰ ਪਰਤ ਸਰਕਾਰ ਨੂੰ ਸਮਝਾਉਣਾ। ਮੈਂ ਇਹਨਾਂ ਨੂੰ ਪਹਿਲਾਂ ਲਿਖਿਆ ਕਿ ਮੈਂ ਤੁਹਾਨੂੰ ਹੱਲ ਇਸ ਲਈ ਲਿਖ ਰਿਹਾ, ਮੈਂ ਸਵਾਲ ਬਾਅਦ ਚੋਂ ਕਰੂੰਗਾ, ਕਿਉਂਕਿ ਮੇਰਾ ਮੰਤਵ ਹੱਲ ਦੇਣਾ ਆ, ਸਵਾਲ ਨਹੀਂ। ਸਵਾਲ ਮੈਂ 6 ਦੀ ਥਾਂ ਤੇ 600 ਵੀ ਕਰ ਸਕਦਾ, ਪਰ ਤੁਸੀਂ ਕਹੋਗੇ ਸਾਨੂੰ 2 ਮਹੀਨੇ ਹੋਏ ਆ, ਔਰ ਮੈਂ ਇਹ ਵੀ ਪ੍ਰੂਵ ਕਰ ਸਕਦਾ ਕਿ 2 ਮਹੀਨਿਆਂ ਦੇ ਵਿੱਚ ਵੀ ਕੀ ਹੋ ਸਕਦਾ ਸੀ। ਪਹਿਲਾ ਸਵਾਲ ਮੈਂ ਤੁਹਾਨੂੰ 6 ਦੇ 6 ਸਵਾਲ ਬਰੀਫਿੰਗ ਕਰ ਦਿੰਦਾ। ਇਹਨਾਂ ਦੇ ਮੈਂ ਜਵਾਬ ਨਹੀਂ ਲਿਖੇ ਇੱਥੇ, ਕਿਉਂਕਿ ਇਹਨਾਂ ਕੋਲ ਐਡੀ ਬਿਊਰੋਕ੍ਰੇਸੀ ਹੈ, ਸਰਵਿਸ ਲੌਬੀ ਆ। ਤੇ ਕੱਲ ਮੈਂ ਜਦੋਂ ਇਹਨਾਂ ਦੇ OSD ਸਾਹਿਬ ਨੂੰ ਮਿਲਿਆ, ਮੈਂ ਲੈਟਰ ਰਿਸੀਵ ਕਰਾਈ ਬਰਾੜ ਸਾਹਿਬ ਨੂੰ, ਮੈਂ ਇੱਕ ਗੱਲ ਕਹੀ, ਮੈਂ ਕਿਹਾ ਜਨਾਬ ਮੂਸੇ ਵਾਲੇ ਦੀ ਮਾਤਾ ਨੂੰ ਮਿਲ ਕੇ ਆ ਸਕਦੇ ਹੋ? ਨਹੀਂ ਆ ਸਕਦੇ ਨਾ, ਮੈਂ ਉੱਥੇ ਜਾਣਾ, ਅਸੀਂ ਉਹ ਚੈਨਲ ਕ੍ਰੀਏਟ ਕਰਾਂਗੇ। ਉਸੇ ਤਰੀਕੇ ਦਾ ਇੱਕ ਦਰਦ ਜੈਪਾਲ ਭੁੱਲਰ ਦੇ ਪਿਓ ਦੇ ਹੋਊਗਾ, ਕਿਉਂਕਿ ਉਹਨੇ ਪੁਲਿਸ 'ਚ ਸਰਵ ਕੀਤਾ ਆ, ਉਹਨੂੰ ਪਤਾ ਆ ਕਿ ਕਿਸ ਤਰੀਕੇ ਦੇ ਨਾਲ ਮੇਰਾ ਮੁੰਡਾ ਇਹਨਾਂ ਰਾਹਾਂ ਵੱਲ ਤੁਰ ਪਿਆ। ਉਹਨੇ ਦੱਸਿਆ ਕਿ ਆ ਕੇ ਘਰ ਰਹਿਣਾ ਚਾਹੁੰਦਾ ਸੀ, ਬਟ ਰਹਿਣ ਨਹੀਂ ਸੀ ਦਿੰਦੇ। ਉਹੀ ਦਰਦ ਇੱਥੇ ਆ। ਤੁਸੀਂ ਜੈਪਾਲ ਭੁੱਲਰ ਦਾ ਭਰਾ ਦੇਖਿਆ, ਉਹ ਅੰਦਰੋਂ ਕੀ ਕਹਿ ਰਿਹਾ, ਕੋਈ ਨਾ ਮਹਾਰਾਜ ਸਭ ਭਲੀ ਕਰੂਗਾ। ਉਸੇ ਉਮੀਦ ਨਾਲ ਮੈਂ ਭਗਵੰਤ ਮਾਨ ਨੂੰ ਲਿਖਿਆ। ਮੈਂ ਲਿਖਿਆ ਵੀ ਬਾਦਲਾਂ ਦੇ ਕੈਪਟਨਾਂ ਨੇ ਜਿਹੜੀ ਉਮੀਦ ਦਾ ਗਰਭਪਾਤ ਕਰਤਾ ਸੀਗਾ, ਉਹ ਉਮੀਦ ਤੇਰੇ ਤੋਂ ਹੈਗੀ ਹਲੇ ਕਿਤੇ ਨਾ ਕਿਤੇ, ਥੋੜੀ ਬਹੁਤ ਹੈਗੀ ਆ ਮਾਨ ਸਾਹਿਬ। ਮੈਂ ਬਹੁਤਾ ਲਫ਼ਜ਼ਾਂ 'ਚ ਨਹੀਂ ਪੈਂਦਾ, ਕਈ ਮੈਨੂੰ ਬੜਾ ਸਿਖਾਉਂਦੇ ਹੁੰਦੇ, ਮੈਂ ਗੁਰਬਾਣੀ 'ਚ ਪੜ੍ਹਦਾ, ਉੱਥੇ ਤਾਂ ਸਾਫ਼ ਲਿਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਮੈਨੂੰ ਕੋਈ ਬਹੁਤੀ ਇਹਦੀ ਵੀ ਜਾਂਚ ਸਿਖਾਉਣਗੇ ਕਈ ਵੀ ਸ਼ਬਦਾਵਲੀ ਥੋੜੀ ਜੀ, ਜਿੱਥੇ ਆਪਣੱਤ ਹੁੰਦੀ ਹੈ। ਤੇ ਸਾਡਾ CM ਆ। ਮੈਨੂੰ ਲੱਗਦਾ ਕਿ ਸਿੱਧੀ ਗੱਲ ਜਿਹੜੇ ਸਿੱਧੇ ਸ਼ਬਦਾਂ ਦੇ ਵਿੱਚ ਹੋ ਜਾਣੀ ਹੈ ਨਾ, ਉਹਦਾ ਕੋਈ ਮੇਲ ਨਹੀਂ ਹੁੰਦਾ। ਜਿਹੜੀ ਸਿੱਧੇ ਸ਼ਬਦਾਂ ਦੇ ਵਿੱਚ ਅਸੀਂ ਗੱਲ ਕਹਿ ਦੇਣੀ ਹੈ, ਜੇ ਅਗਲੇ ਬੰਦੇ ਨੇ ਸਿੱਧੇ ਲਫ਼ਜ਼ਾਂ 'ਚ ਸਮਝ ਲਈ, ਫਿਰ ਸਾਨੂੰ ਬਹੁਤੇ ਸ਼ਬਦ ਬੋਲਣ ਬਹੁਤੇ ਨਹੀਂ ਲੋੜ। ਹੁਣ ਮੈਂ ਸਵਾਲ ਕੀਤੇ ਸੀਗੇ ਕਿ ਇੱਕ ਮੱਧ ਵਰਗ ਦਾ, ਮੇਰਾ ਪਹਿਲਾ ਸਵਾਲ ਆ, ਇੱਕ ਮੱਧ ਵਰਗ ਦਾ ਮੁੰਡਾ ਜਿਹੜਾ 3 ਕਮਰਿਆਂ ਦੇ ਘਰ 'ਚੋਂ ਇੱਥੇ ਪਹੁੰਚ ਗਿਆ, ਕਿ ਆਹ ਰੁਤਬਾ ਰੱਖਿਆ ਕਿ ਤੁਹਾਡੇ ਤੋਂ ਜ਼ਿਆਦਾ ਟੈਕਸ ਪੇ ਕਰਦਾ ਸੀ, ਤੁਸੀਂ ਉਹਦੀ ਸੁਰੱਖਿਆ, ਕਿਉਂਕਿ ਉਹਦੀ ਇਨਕਮ ਟੈਕਸ 'ਚੋਂ ਸਰਕਾਰ ਨੂੰ, ਇੰਪਲੋਇਜ਼ ਨੂੰ ਸੈਲਰੀ ਡਰਾਈਵ ਹੁੰਦੀ ਆ, ਸਰਕਾਰਾਂ ਕਿਵੇਂ ਚੱਲਦੀਆਂ ਨੇ, ਤੁਸੀਂ ਉਹਦੀ ਸੁਰੱਖਿਆ ਯਕੀਨੀ ਕਿਉਂ ਨਾ ਬਣਾ ਸਕੇ। ਹੁਣ ਪਤਾ ਲੱਗ ਰਿਹਾ ਵੀ ਉਹ ਬਾਹਰ ਜਾਣਾ ਸੀ ਸ਼ੋਜ਼ ਦੇ ਵਿੱਚ, ਡਰੇਕ ਤੱਕ ਉਹਨੂੰ ਫੋਲੋ ਕਰਦਾ ਸੀਗਾ, ਕਿੱਥੇ ਪਹੁੰਚ ਜਾਣਾ ਸੀ ਪੰਜਾਬੀ ਨੇ। ਲੱਤਾਂ ਖਿੱਚਣ ਵਾਲੇ ਤੇ ਖਿੱਚੀ ਜਾਂਦੇ, ਮੈਂ ਪੋਜ਼ਿਟਿਵ એનર્ਜੀ ਦੀ ਗੱਲ ਕਰਦਾ, ਉਹ ਤਾਂ ਹਰ ਥਾਂ ਤੇ ਹੋਣਗੇ। ਦੇਖੋ ਬਿਲਬੋਰਡ ਤੇ ਨਾਮ ਆਉਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ, ਜਿੱਥੇ ਪੂਰੇ ਦੇਸ਼ ਦੇ ਨਹੀਂ ਪੂਰੇ ਦੁਨੀਆ ਦੇ ਲੋਕ ਜਿਹੜੇ 뮤직 ਬਣਾਉਂਦੇ ਨੇ ਉਹਨਾਂ ਦਾ ਨਾਮ ਆਉਂਦਾ। ਤੇ ਗਾਣਾ ਇੰਨੇ ਚਿਰ ਬਾਅਦ ਵੀ ਕੱਢਿਆ ਉਹਨੇ, ਭਾਵੇਂ ਸਿਆਸਤ 'ਚ ਵਿਅਸਤ ਸੀਗਾ, ਫਿਰ ਗਾਣਾ ਬਿਲਬੋਰਡ ਤੇ ਚਮਕ ਰਿਹਾ ਸੀਗਾ। ਪੰਜਾਬੀਆਂ ਦਾ ਨਾਮ ਕਿੱਥੇ ਚਮਕ ਰਿਹਾ ਸੀ? ਉਹੀ ਤਾਂ ਗੱਲ ਆ। ਫਿਰ ਉਸ ਤੋਂ ਬਾਅਦ ਮੈਂ ਦੂਜਾ ਸਵਾਲ ਕੀਤਾ ਕਿ ਸੈਂਟਰ ਦੀਆਂ ਏਜੰਸੀਆਂ ਤੋਂ ਟਿਪ ਮਿਲੀ ਸੀ ਇਹਨਾਂ ਨੂੰ 9 ਮਹੀਨੇ ਪਹਿਲਾਂ, ਤੇ ਉਦੋਂ ਕਹਿ ਰਹੇ ਸੀਗੇ ਕਿ ਐਡਵਾਂਸਡ ਵੈਪਨ ਹੈਗੇ ਨੇ ਇਹਦੀ ਸਿਕਿਉਰਿਟੀ ਦੇ ਵਿੱਚ, ਤੇ ਉਹਦੇ ਕਰਕੇ ਉਹ ਚੀਜ਼ ਟਲ ਗਈ। ਬਟ ਕਿਸ ਮੈਂਟੈਲਿਟੀ ਦੇ ਆਫੀਸਰਸ ਨੇ ਜਿਨ੍ਹਾਂ ਨੇ ਸਿਕਿਉਰਿਟੀ ਵਾਪਸ ਲਈ ਤੇ ਉਹਨੂੰ ਜਨਤਕ ਵੀ ਕਰ ਦਿੱਤਾ। ਹੁਣ ਇੱਥੇ ਮੈਨੂੰ ਪਹਿਲਾਂ ਇੱਕ ਪ੍ਰੈਸ ਕਾਨਫਰੰਸ 'ਚ ਪੁੱਛ ਰਹੇ ਸੀਗੇ ਕਿ ਤੁਹਾਨੂੰ ਇਹ ਨਾਕਾਬਿਲੀਅਤ ਲੱਗਦੀ ਹੈ, ਸਾਜ਼ਿਸ਼ ਲੱਗਦੀ ਹੈ, ਕਿ ਕੀ ਲੱਗਦਾ? 2-4 ਲਫ਼ਜ਼ ਉਹਨਾਂ ਨੇ ਹੋਰ ਵਰਤੇ। ਮੈਂ ਕਿਹਾ ਸਾਰੇ ਦੇ ਸਾਰੇ ਲੱਗਦੇ ਆ, ਕਿਉਂਕਿ ਇਸ ਲੈਵਲ ਤੇ ਜਿਹੜਾ ਇੱਕ ਆਫਿਸਰ ਹੈ ਉਹ ਇੰਨਾ ਜ਼ਿਆਦਾ ਮੈਂਟਲੀ ਅਨਸਟੇਬਲ ਹੋਊਗਾ ਕਿ ਜਨਤਕ ਕਰ ਦੂਗਾ। ਤੇ ਫਿਰ ਮਾਫ ਕਰਿਓ, ਕੁਝ ਮੀਡੀਆ ਅਦਾਰਿਆਂ ਨੇ ਵੀ ਉਸ ਚੀਜ਼ ਨੂੰ ਅੱਗੇ ਲਿਆਂਦਾ ਹੈ। ਇਖਲਾਕ ਤੋਂ ਆਪਾਂ ਗਿਰ ਗਏ ਆ। ਤੇ ਜਿਵੇਂ ਗੋਦੀ ਮੀਡੀਆ ਸੀਗਾ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਡਰ ਨਹੀਂ, ਮੈਂ ਪੜ੍ਹ ਰਿਹਾ, ਰਿਸਰਚ ਕਰ ਰਿਹਾ, ਇੱਕ ਇਸ ਤਰੀਕੇ ਦਾ ਮੀਡੀਆ ਸਿਰਜਿਆ ਗਿਆ। ਇੱਕ ਪੋਲੀਟੀਸ਼ੀਅਨ ਨੇ ਜਾਂ ਇੱਕ ਇੰਟੈਲੈਕਚੁਅਲ ਨੇ, ਮੈਨੂੰ ਨਹੀਂ ਪਤਾ ਕਿਹਨੇ ਨਾਮ ਦਿੱਤਾ ਆ, ਇਹ ਥੋੜੀ ਕੰਟਰੋਵਰਸੀ ਹੈ, ਇੱਕ KG ਮੀਡੀਆ ਨਾਂ ਦੀ ਨਵੀਂ ਜਿਹੜੀ ਟਰਮ ਹੈ ਉਹ ਡਰਾਈਵ ਹੋ ਗਈ ਹੈ। ਤੇ ਕੌਣ ਹੈ ਉਹ KG ਮੀਡੀਆ? ਉਹ ਮੈਂ ਇਸ ਵੇਲੇ ਮਹਿਸੂਸ ਕਰ ਪਾ ਰਿਹਾ, ਕਿਉਂਕਿ ਸਭ ਤੋਂ ਵੱਡੀ ਚੀਜ਼ ਐਕਸਪੀਰੀਅੰਸ ਆ। ਇੱਥੇ ਵੀ ਐਕਸਪੀਰੀਅੰਸ ਆ। ਇੱਥੇ ਜਦ ਤੱਕ ਪੰਜਾਬ ਸਰਕਾਰ ਇਹਨਾਂ ਲੋਕਾਂ ਦਾ ਤਜਰਬਾ ਨਹੀਂ ਲਊਗੀ ਜਿਨ੍ਹਾਂ ਦੇ ਘਰ ਸੜੇ ਆ,
ਇੱਕ ਬੰਦ ਕਮਰੇ 'ਚ ਜਿਹੜੀ ਅਫਸਰਸ਼ਾਹੀ ਬੈਠੀ ਆ, ਮੈਂ ਲਿਖਿਆ ਉਹ ਫੈਸਲਾ ਨਹੀਂ ਕਰ ਸਕਦੀ। ਉਹ ਤਾਂ ਫਾਈਲਾਂ 'ਚ ਰੁੱਝੀ ਹੋਈ ਹੈ। ਹੁਣ ਸਰ ਨੇ ਲੰਚ ਤੇ ਜਾਣਾ, ਰੋਜ਼ ਉਹਨਾਂ ਨੂੰ ਕਿੰਨੇ ਬੰਦੇ ਮਿਲਣ ਆਉਂਦੇ ਆ। ਜੁਡੀਸ਼ਰੀ ਆਲਰੇਡੀ ਓਵਰਬਰਡਨਡ ਆ। ਇਹ ਲੋਕਾਂ ਦੀ ਜੰਗ ਆ, ਲੋਕਾਂ ਦੀ ਪਾਰਟਿਸਿਪੇਸ਼ਨ ਤੋਂ ਬਿਨਾਂ ਹੱਲ ਨਹੀਂ ਹੋਣਾ ਇਹਦਾ। ਤੇ ਲੋਕਾਂ ਨੂੰ ਕੀ ਜਿਤਾਇਆ ਜਾ ਰਿਹਾ? ਕੀੜੇ ਮਕੌੜੇ। ਆਪਦੀ ਤੁਸੀਂ ਮਾਂ ਭੈਣ ਨੂੰ ਸੁਰੱਖਿਆ ਅਵੇਲੇਬਲ ਕਰਾਤੀ ਹੈ, ਚੌਥਾ ਸਵਾਲ ਹੈ। ਬਾਕੀ ਪੰਜਾਬ ਦੀਆਂ ਮਹਿਲਾਵਾਂ ਸਿਰਫ ਤੁਹਾਡੇ ਆਕਾ ਜਿਹੜੇ ਨੇ ਚੱਡਾ ਤੇ ਕੇਜਰੀਵਾਲ, ਉਹਨਾਂ ਦੇ 1000 ਰੁਪਏ ਦੇ ਲਾਰੇ ਤੱਕ ਸੀਮਤ ਨੇ। ਉਹ ਵੀ ਲਾਰਾ ਹੀ ਹੈ ਨਾ, ਹਲੇ ਇੰਪਲੀਮੈਂਟ ਤਾਂ ਨਹੀਂ ਹੋਇਆ ਨਾ। VVIP ਕਲਚਰ ਦੇ ਤੁਸੀਂ ਹਿੰਦੀ ਦੇ ਵਿੱਚ ਪੋਸਟਰ ਲਾਰੇ ਜੇ। ਅੱਜ ਤੁਸੀਂ ਉੱਥੇ ਜਾ ਕੇ ਆਇਆ ਤੇ ਉਹਦੇ ਤੁਸੀਂ ਫਾਦਰ ਦੇ ਮਗਰੇ ਤੁਸੀਂ ਇੱਕ ਬੰਦਾ ਖੜਾਇਆ ਹੋਇਆ ਜਿਹੜਾ ਉਹਦੇ ਮੋਢਿਆਂ ਨੂੰ ਫੜ ਕੇ ਖੜਿਆ। ਆਲੇ ਦੁਆਲੇ ਤੁਹਾਡੀ ਸਿਕਿਉਰਿਟੀ ਖੜੀ ਆ। ਤੁਸੀਂ ਤਾਂ ਬਾਦਲਾਂ ਨੂੰ ਕਹਿੰਦੇ ਸੀ ਇੱਕ ਵਾਰ ਆਮ ਪਬਲਿਕ 'ਚ ਜਾਓ, ਤੇ ਉਹ ਖੌਫ ਸਾਂਭ ਤੇ ਦਿਖ ਰਿਹਾ ਉਹ ਖੌਫ ਚਿਹਰੇ ਤੇ। ਤਸਵੀਰਾਂ ਸਭ ਕੁਝ ਬਿਆਨ ਕਰ ਦਿੰਦੀਆਂ। ਜਥੇਦਾਰ ਸਾਹਿਬ ਨੇ ਇਹਨਾਂ ਨੇ ਆਖਿਆ ਕਿ ਤੁਸੀਂ ਅਮਨ ਸ਼ਾਂਤੀ ਦਾ ਸੰਦੇਸ਼ ਦਿਓ। ਅਮਨ ਸ਼ਾਂਤੀ ਵਾਸਤੇ ਤੇਗ ਜ਼ਿਆਦਾ ਜ਼ਰੂਰੀ ਆ। ਤੁਸੀਂ ਲਾ ਲਓ ਪੰਜਾਬ ਦਾ ਇਤਿਹਾਸ ਦੇਖ ਲਓ, ਭਾਰਤ ਦਾ ਦੇਖ ਲਓ। ਪਾਟਲੀ ਪੁੱਤਰ ਤੇ ਕੀ ਹੋਇਆ ਸੀ? ਅਸ਼ੋਕ ਨੇ ਕਿਰਪਾਨ ਸਿੱਟਤੀ ਸੀ ਨਾ ਪਾਟਲੀ ਪੁੱਤਰ ਤੇ ਅਸ਼ੋਕ ਨੇ ਕਿਰਪਾਨ। ਪਾਟਲੀ ਪੁੱਤਰ ਬਾਅਦ ਚੋਂ ਪਟਨਾ ਬਣਿਆ। ਕਿਹਨੇ ਚੱਕੀ ਪਟਨੇ ਤੋਂ ਤੇਗ? ਕੌਣ ਆਇਆ ਅੱਗੇ? ਇਹ ਸ਼ਰਧਾਂਜਲੀਆਂ ਵੀ ਦਿੰਦੇ ਨੇ, ਗੁਰਪੁਰਬ ਮਨਾਉਂਦੇ ਆ। ਜਦੋਂ ਚਾਂਦਨੀ ਚੌਂਕ ਦੇ ਵਿੱਚ ਕੁਰਬਾਨੀ ਤੋਂ ਬਾਅਦ ਜਦੋਂ ਦੇਖਦੇ ਆ ਨਾ ਵੀ ਚੂ ਕਰ ਜ਼ਮਾ ਹੀਲ ਤੇ ਦਰਗੁਜਸਤ, ਫਿਰ ਆਉਂਦਾ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ। ਸੋ ਭਗਵੰਤ ਮਾਨ ਸਾਹਿਬ ਨੂੰ ਹਲੇ ਵੀ ਬੇਨਤੀ ਆ ਵੀ ਹੀਲੇ ਕਰ ਰਹੇ ਆ ਪੀਸਫੁਲ ਵੇ ਦੇ ਨਾਲ, ਨੈਗੋਸ਼ੀਏਬਲ ਵੇ ਦੇ ਨਾਲ, ਕਿ ਪੰਜਾਬ ਨੂੰ ਇਸ ਦੌਰ ਵੱਲ ਨਾ ਧੱਕਿਆ ਜਾਵੇ। ਪਰ ਮਜਬੂਰ ਕੀਤਾ ਜਾ ਰਿਹਾ, ਖਤਮ ਕਰ ਦਿੱਤਾ ਜਾ ਰਿਹਾ। ਸਾਡੇ 'ਚੋਂ ਕੋਈ ਬਹੁਤਾ ਸੇਫ ਤਾਂ ਹੈ ਨਹੀਂ, ਕੁਛ ਵੀ ਹੋ ਸਕਦਾ ਆ। ਪਰ ਉਹ ਕਹਿੰਦੇ ਆ ਨਾ, ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ। ਤੇ ਉਹ ਕੋਈ ਸਾਡੇ ਲਈ ਕੋਈ ਬਹੁਤੀ ਚੀਜ਼ ਨਹੀਂ ਹੈਗੀ। ਅਸੀਂ ਵਹਿਣ ਦੇ ਅਗੇਂਸਟ ਵਗਣ ਵਾਲੇ ਹੀ ਆ। ਸਾਡੇ 'ਚੋਂ ਇੱਕ ਦੋ ਚੱਕਣਗੇ ਤੇ 4-5 ਹੋਰ ਪੈਦਾ ਹੋਏ। ਕਈ ਬੜਾ ਕਹਿ ਰਹੇ ਜੀ ਪੰਜਾਬ ਛੱਡ ਕੇ ਚੱਲ ਜਾਣਾ ਆ, ਇਹ ਕਰ ਲੈਣਾ। ਉਹ ਹਾਲਾਤ ਇਹਨਾਂ ਨੇ ਸਿਰਜੇ ਮਾਪਿਓ ਕਰਕੇ। ਪਰ ਅਸਲ ਦੇ ਵਿੱਚ ਜਿਹੜੇ ਹਿੱਕ ਡਾਉਣ ਵਾਲੇ ਨੇ ਹੁਣ ਖੜੇ ਹੋਣਗੇ, ਆ ਕੇ ਸਾਹਮਣੇ ਆਉਣਗੇ ਇਹਨਾਂ ਦੇ। ਅਸਲੀ ਪਰਖ ਤਾਂ ਮੈਨੂੰ ਲੱਗਦਾ ਕਿ ਹੁਣੀ ਹੈ ਕਿ ਜਿਹੜੇ ਛੱਡ ਕੇ ਜਾਂਦੇ ਤੇ ਖੜਦੇ ਨਾਲ ਹੁਣ ਹੋਊਗੀ। ਮੈਂ ਦੱਸ ਰਿਹਾ ਤੁਹਾਨੂੰ ਕਿ ਮੈਂ ਇੰਡੀਆ ਦੇ ਸਿਸਟਮ ਤੋਂ ਮੇਰਾ ਮਨ ਚੱਕਿਆ ਗਿਆ ਸੀ। ਮੈਂ ਸਿੱਧੀ ਗੱਲ ਕਰਦਾ, ਕਿਸਾਨ ਮੋਰਚੇ ਦੇ ਵਿੱਚ ਵੀ ਮੈਂ ਕੁਝ ਢੋਲੀਆਂ ਦਾੜੀਆਂ ਵਾਲੇ ਲੀਡਰ, ਜਿਹੜੇ ਕਿਸਾਨ ਲੀਡਰ ਨੇ, ਉਹਨਾਂ ਦੀ ਕਰਤੂਤ ਤੇ ਕਿਰਦਾਰ ਤੋਂ ਵੀ ਜਾਣੂ ਹੋ ਗਿਆ। ਸਫਰ ਕੌਣ ਹੋਇਆ? ਨੌਜਵਾਨੀ। ਬੈਰੀਕੇਡ ਪੱਟ ਕੇ ਕੌਣ ਅੱਗੇ ਆਏ ਸੀ? ਨੌਜਵਾਨ ਆਏ ਸੀ ਅੱਗੇ। ਬਾਬਿਆਂ ਦੀ ਉਹਨਾਂ ਨੇ ਸਲਾਹ ਲਈ, ਸਭ ਕੁਝ ਕੀਤਾ, ਪਰ ਉਹ ਨੌਜਵਾਨੀ ਨੂੰ ਤਾਂ ਹਰ ਥਾਂ ਤੇ ਸਾਈਡਲਾਈਨ ਕਰ ਦਿੱਤਾ ਗਿਆ। ਕਿਸੇ ਦੀ PhD ਰੁਕ ਗਈ ਰੰਜਿਸ਼ ਕਰਕੇ। ਮੈਂ ਖੁਦ ਝੇਲਿਆ ਇਹ ਚੀਜ਼ਾਂ। ਮੇਰੇ ਮਾਸਟਰਸ ਦੇ ਵਿੱਚ ਮੇਰੇ ਨਾਲ, ਕਿਉਂਕਿ ਜਿਹੜਾ ਪਿੱਛੇ ਪ੍ਰੋਫੈਸਰਸ ਦੀ ਕੁਛ ਦੀ ਲੌਬੀ ਸੀ, ਸੈਫਰਨਾਈਜ਼ਡ ਪ੍ਰੋਫੈਸਰ ਸੀਗੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਗੱਲ ਕਰ ਰਹੇ ਹੋ ਤੁਸੀਂ। ਪੰਜਾਬ ਯੂਨੀਵਰਸਿਟੀ ਦਾ ਜਿਹੜਾ VC ਆ ਉਹ ਖੁਦ ਉੱਪਰ ਲਾਉਂਦਾ ਹਿੰਦੂ ਰਾਸ਼ਟਰ ਦਾ ਝੰਡਾ। ਬੜੀ ਹੈਰਾਨੀ ਹੁੰਦੀ ਹੈ ਕਿ ਵਿਦਿਅਕ ਅਧਿਆਰਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ, ਜਿੱਦਾਂ ਤੁਸੀਂ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕੀਤਾ, ਕਹਿੰਦੇ ਕਿ ਰਾਜਨੀਤੀ ਬੁੱਢੇ ਲੋਕਾਂ ਦੀ ਉਹ ਖੇਡ ਹੈ ਜਿਹੜੀ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਹੈ। ਤੇ ਇਹ ਚੀਜ਼ਾਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦੀਆਂ ਦੇਖ ਰਹੇ ਹਾਂ। ਇਸ ਵੇਲੇ ਪ੍ਰਤੱਖ ਚੀਜ਼ਾਂ ਹੋ ਰਹੀਆਂ। ਤੁਸੀਂ ਦੇਖੋ, ਹੈਰਾਨੀ ਨਹੀਂ ਹੁੰਦੀ ਕਿ ਇੱਕ ਪਾਰਟਿਕੂਲਰ ਆਈਡੀਓਲੋਜੀ ਦਾ ਬੰਦਾ ਆ ਜਿਹੜਾ ਸਿਸਟਮ ਦੇ ਵਿੱਚ, ਮੈਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਦਾ, ਜਿਹਨੇ ਬਿਊਰੋਕ੍ਰੇਸੀ ਦੇਖੀ ਆ, ਜਿਹੜਾ ਇੱਕ ਸਟੈਂਡ ਤੇ ਖੜਿਆ। ਜਦੋਂ ਉਹਦੀ ਕੋਈ ਸਪੋਰਟ ਕਰਨ ਆਉਂਦਾ, ਉਹ ਯੂਥ ਹੈ ਜਿਹੜਾ ਹੁਣ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਵੀ, ਉਹ ਹੈਰਾਨੀ ਹੁੰਦੀ ਹੈ ਕਿ ਇਹ ਜਦੋਂ ਇਸ ਪਾਸੇ ਆ ਰਿਹਾ ਯੂਥ, ਇਹੀ ਵਾਲਾ ਯੂਥ ਕਿਉਂ ਟਾਰਗੇਟ ਹੋ ਕੇ ਚੱਕਿਆ ਜਾਂਦਾ। ਹੁਣ ਇਹਦੇ ਵਿੱਚ ਮੈਂ ਨਹੀਂ ਜਾਣਦਾ ਹਾਲੇ ਤੱਕ ਭਰਤਾ, ਬਟ ਖਦਸ਼ੇ ਜਦੋਂ ਅਸੀਂ ਕੋਈ ਰਿਪੋਰਟ ਬਣਾਉਂਦੇ ਹਾਂ, ਅਸੀਂ ਹੋਲਿਸਟਿਕਲੀ ਬਣਾਉਂਦੇ ਹਾਂ। ਮੈਂ ਪਾਲਿਸੀ ਦੇ ਵਿੱਚ ਵੀ ਲਿਖਿਆ ਹੋਲਿਸਟਿਕ ਪਬਲਿਕ ਪਾਲਿਸੀ, ਮਤਲਬ ਸਾਰੇ ਐਂਗਲਸ ਕਵਰ ਹੋਣੇ ਚਾਹੀਦੇ ਆ ਉਹਦੇ ਵਿੱਚ। ਸੋਸ਼ਲ, ਇਕਨੋਮਿਕ, ਰੈਵਨਿਊ ਜਨਰੇਸ਼ਨ ਕਿਵੇਂ ਹੋਊਗੀ, ਯੂਥ ਮੋਟੀਵੇਟ ਕਿਵੇਂ ਹੋਊਗਾ, ਉਹਦੇ ਵਿੱਚ ਸਪੋਰਟਸ ਦਾ ਇਨਫਰਾਸਟ੍ਰਕਚਰ ਕੀ ਹੈ। ਹੁਣ ਸਪੋਰਟਸ ਦੇ ਵਿੱਚ ਕਿੰਨੇ ਡਰੱਗਸ ਚੱਲ ਰਹੇ ਆ, ਕੀ ਕੁਛ ਚੱਲਦਾ ਪਿਆ ਆ, ਕਿਵੇਂ ਪਰਫਾਰਮੈਂਸਿਸ ਚੱਲ ਰਹੀਆਂ ਆ, ਉਹ ਸਾਰੀਆਂ ਚੀਜ਼ਾਂ ਤੇ ਹੋਲਿਸਟਿਕ ਅਪਰੋਚ ਚਾਹੀਦੀ ਆ। ਆਖਰੀ ਪੁਆਇੰਟਾਂ ਦੇ ਵੱਲ ਸੀ ਅਸੀਂ। ਉਸ ਤੋਂ ਬਾਅਦ ਮੇਰਾ ਜਥੇਦਾਰ ਸਾਹਿਬ ਵਾਲਾ ਪੁਆਇੰਟ ਸੀ ਸਾਡਾ ਵਿੱਚ ਰਹਿ ਗਿਆ। ਉਹਦੇ ਵਿੱਚ ਮੈਂ ਲਿਖਿਆ ਸੀ ਕਿ ਜੇ ਤੁਹਾਨੂੰ ਸ਼ਸਤਰ ਨਹੀਂ ਲੱਗਦੇ, ਤੁਸੀਂ ਆਪਦੀ ਸਿਕਿਉਰਿਟੀ 'ਚ ਐਡੇ ਡੈਡਲੀ ਵੈਪਨ ਕਿਉਂ ਰੱਖੇ ਹੋਏ ਆ? 800 ਪਲੱਸ ਦੀ ਤੁਹਾਡੀ ਸਿਕਿਉਰਿਟੀ ਫੋਰਸ ਹੈ। ਉਸ ਤੋਂ ਬਾਅਦ ਮੇਰਾ ਅਗਲਾ ਸਵਾਲ ਸੀਗਾ ਕਿ ਤੁਸੀਂ ਹੁਣ ਗੈਂਗਵਾਰ ਨੂੰ ਠੱਲ ਪਾਉਣ ਦੇ ਨਾਂ ਦੇ ਉੱਤੇ, ਉਹੀ ਮੈਂ ਜਿਹੜਾ ਸਾਫ਼ ਲਿਖਿਆ, ਜਿਹੜਾ ਮੈਨੂੰ ਸਭ ਤੋਂ ਵੱਡਾ ਡਰ ਹੈ ਕਿ ਤੁਸੀਂ ਹੋਰ ਨੌਜਵਾਨਾਂ ਦੇ ਐਨਕਾਊਂਟਰ ਤੇ ਕਤਲ ਵਗੈਰਾ ਦੀ ਜ਼ਿੰਮੇਵਾਰੀ ਜਾਂ ਖੁੱਲਾ ਲਾਇਸੈਂਸ ਪੁਲਿਸ ਨੂੰ ਦੇ ਦੋਗੇ। ਤੇ ਇਹ ਤਾਂ ਅੱਗੇ ਹੀ ਹੋ ਰਿਹਾ ਆ। ਸ਼ਰੀਫ, ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਜਿਹੜੇ ਅੱਜ ਦੀ ਡੇਟ ਦੇ ਵਿੱਚ ਜੇਲ੍ਹਾਂ 'ਚ ਬੰਦੀ ਸਿੰਘ ਬੈਠੇ ਨੇ, ਕੌਣ ਸੀ ਉਹ? ਸਿੱਧੇ ਸਾਦੇ ਸਪੋਰਟਸ ਪਰਸਨ ਸੀਗੇ। ਪਹਿਲੀ ਉਹਨਾਂ ਨੇ ਦੇਖਿਆ ਸਾਨੂੰ ਜੀਣ ਨਹੀਂ ਦਿੱਤਾ ਜਾ ਰਿਹਾ, ਹੁਣ ਕੋਈ ਰਾਹ ਨਹੀਂ ਬਚਿਆ, ਕਿਹੜੇ ਰਾਹ ਵੱਲ ਤੁਰ ਪਏ ਫਿਰ? ਜਦੋਂ ਸ਼ਰੀਫ ਬੰਦਾ ਬਦਮਾਸ਼ ਬਣਨ ਤੇ ਆਉਂਦਾ ਨਾ, ਜਦੋਂ ਇੱਕ ਸ਼ਰੀਫ ਆਉਂਦਾ ਨਾ ਇਸ ਪਾਸੇ, ਮੈਂ ਇਹੋ ਜਿਹੇ ਬਹੁਤ ਸ਼ਰੀਫਾਂ ਨੂੰ ਜਾਣਦਾ, ਕਿਉਂਕਿ ਉਹਨੂੰ ਪਤਾ ਹੁੰਦਾ ਹੁਣ ਜ਼ਿੰਦਗੀ 'ਚ ਕੋਈ, ਉਹ ਫਿਰ ਆਪਣਾ ਨਹੀਂ ਸੋਚਦਾ, ਕਹਿੰਦਾ ਮੈਂ ਤਾਂ ਹੋ ਗਿਆ, ਹੁਣ ਇਹ ਪੇਨ ਕੋਈ ਹੋਰ ਨਾ ਝੇਲੇ।
ਤੇ ਉਹ ਸਜ਼ਾਵਾਂ ਭੁਗਤ ਚੁੱਕੇ ਨੇ। ਤੁਸੀਂ ਜੇਲ੍ਹ ਦੇ ਟਰੈਕ ਰਿਕਾਰਡ ਪੜ੍ਹੋ, ਮੈਂ ਡਾਕੂਮੈਂਟਸ ਦੇਖ ਰਿਹਾ ਸੀ, ਜੇਲ੍ਹ ਦੇ ਵਿੱਚ ਵੀ ਕੋਈ ਪ੍ਰੋਬਲਮ ਹੋ ਜਾਂਦੀ ਆ, ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਜੇਲਰ ਉਹਨਾਂ ਦੀ ਹੈਲਪ ਲੈਂਦੇ ਆ ਅੰਦਰ। ਇਸ ਲੈਵਲ ਦਾ ਇਖਲਾਕ ਹੈ ਉਹਨਾਂ ਦਾ, ਕਿਰਦਾਰ ਹੈ ਉਹਨਾਂ ਦਾ। ਤੇ ਉਹੀ ਚੀਜ਼ ਇੱਥੇ ਹੈ ਕਿ ਹੋ ਸਕਦਾ ਉਹ ਬੰਦੇ, ਕਿਉਂਕਿ ਓਬਵੀਅਸ ਹੈ ਕਿ ਜਦੋਂ ਮਾਈਨੋਰਿਟੀ ਮੈਜੋਰਿਟੀ ਵਾਲਾ ਰਿਲੀਜਨ ਹੈ, ਇਹਦੇ ਵਿੱਚ ਲੋਕਾਂ ਨੂੰ ਪੜ੍ਹਾ ਦਿੱਤਾ ਜਾਂਦਾ। ਪੰਜਾਬ ਇਦਾਂ ਦਾ ਨਹੀਂ ਹੈਗਾ। ਹੁਣ ਤੁਸੀਂ ਅਨੰਦਪੁਰ ਸਾਹਿਬ ਦੀ ਉਦਾਹਰਣ ਲੈ ਲਓ, ਜਿੱਥੇ ਮੈਂ ਰਹਿਣਾ। ਅਨੰਦਪੁਰ ਸਾਹਿਬ ਜਿਹੜੇ ਕਾਰੋਬਾਰੀ ਨੇ, ਹਿੰਦੂ ਧਰਮ ਨਾਲ ਸੰਬੰਧ ਰੱਖਦੇ ਨੇ, ਉਹ ਸੀਸਗੰਜ ਸਾਹਿਬ ਤੋਂ ਜਲ ਲਿਆ ਕੇ ਆਪਦੀਆਂ ਦੁਕਾਨਾਂ ਤੇ ਛਿੜਕ ਕੇ ਖੋਲਦੇ ਆ। ਅੱਜ ਵੀ ਉੱਥੇ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਤਾਰਾਪੁਰ ਪਿੰਡ ਹੈ, ਤੇ ਮਹਾਰਾਜ ਨੇ ਉਹਨੂੰ ਆਖਿਆ ਸੀ ਤੇਰਾ ਇੱਕ ਹੀ ਵੰਸ਼ਜ ਹੋਊਗਾ, ਤੇਰੀ ਅੱਗੇ ਜ਼ਮੀਨ ਨਹੀਂ ਵੰਡੀ ਜਾਊਗੀ। ਉਹ ਸਾਰਾ ਕੁਝ ਉਦਾਂ ਦਾ ਉਦਾਂ ਉੱਥੇ ਹੂ ਬਹੂ ਹੈ। ਤੇ ਹਾਲੇ ਵੀ ਨਾ ਨਮਾਜ਼ ਦੀ ਆਵਾਜ਼ ਉਧਰ ਨੈਣਾ ਦੇਵੀ ਤੋਂ ਮੰਦਿਰ ਦੇ ਉਹ ਭੇਟਾਂ, ਤੇ ਕੇਸਗੜ੍ਹ ਸਾਹਿਬ ਤੋਂ ਕਈ ਵਾਰ ਸਵੇਰੇ ਆਸਾ ਦੀ ਵਾਰ ਇਕੱਠੇ ਸੁਣਦੇ ਹੁੰਦੇ ਆ ਮਿਕਸ ਕਰਕੇ। ਇਹ ਆ ਪੰਜਾਬ, ਇਹ ਧਰਮਾਂ ਤੋਂ ਪਰਾਂ ਵਾਲਾ ਪੰਜਾਬ ਇਹ ਹੈ। ਤੇ ਉਹ ਕੰਡੀਸ਼ਨ ਦੇ ਵਿੱਚ ਇਹ ਕੋਈ ਲੈਫਟਿਸਟ ਨਹੀਂ ਹੈ, ਰਾਈਟਿਸਟ ਦੀ ਗੱਲ ਨਹੀਂ ਹੈ, ਕੋਈ ਕਾਮਰੇਡ ਦੀ ਗੱਲ ਨਹੀਂ ਹੈ ਕਿਸੇ, ਇਹ ਇਕੱਲੇ ਪੰਜਾਬ ਦੀ ਗੱਲ ਹੈ। ਹੁਣ ਕੁਛ ਕਹੀ ਜਾਂਦੇ ਆ ਜੀ ਗਨ ਕਲਚਰ, ਗਨ ਨੂੰ ਤੁਸੀਂ ਇੰਨਾ ਹਊਆ ਕਿਉਂ ਬਣਾ ਦਿੱਤਾ ਆ ਕਿ ਜਿੰਨੀਆਂ ਗਨਸ ਨੇ, ਮੈਂ ਕਹਿੰਦਾ ਇਹਦੇ ਉੱਤੇ ਇੱਕ ਵਾਈਟ ਪੇਪਰ ਇਸ਼ੂ ਕੀਤਾ ਜਾਵੇ। ਜਿੰਨਾ ਕ੍ਰਾਈਮ ਕਮਿਟ ਹੁੰਦਾ, ਕਿੰਨੇ ਕੁ ਲਾਇਸੈਂਸਡ ਵੈਪਨਸ ਨਾਲ ਹੁੰਦਾ? ਲਾਇਸੈਂਸਡ ਵੈਪਨਸ ਨਾਲ ਤਾਂ ਕ੍ਰਾਈਮ ਕਮਿਟ ਹੀ ਨਹੀਂ ਹੋ ਰਿਹਾ। ਬਿਲਕੁਲ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਕ੍ਰਾਈਮ ਹੋ ਵੀ ਰਹੇ ਨੇ, ਫਿਰ ਉਸ ਤੋਂ ਬਾਅਦ ਆਸਾਨੀ ਨਾਲ ਪੰਜਾਬ ਤੋਂ ਬਾਹਰ ਵੀ ਚਲੇ ਜਾਂਦੇ ਨੇ। ਅੱਜ ਤਾਂ ਮੈਨੂੰ ਲੱਗਦਾ ਕਿ ਟੈਕਨੋਲੋਜੀ ਇੰਨੀ ਫਾਸਟ ਹੋ ਗਈ, ਮਿੰਟਾਂ 'ਚ ਤਾਂ ਪਤਾ ਲੱਗ ਜਾਂਦਾ ਵੀ ਬੰਦਾ ਇੱਥੇ ਕਤਲ ਕੀਤਾ, ਫਿਰ ਉਹ ਸਟੇਟ 'ਚੋਂ ਬਾਹਰ ਵੀ ਚਲੇ ਜਾਂਦਾ। ਇਹ ਸੁਰੱਖਿਆ ਕਿੱਥੇ ਹੈਗੀ ਫਿਰ? ਉੱਥੇ ਕਹਿ ਦਿੰਦੇ ਆ ਪੋਰਸ ਬਾਰਡਰਸ ਨੇ, ਉੱਥੇ ਕਹਿ ਦਿੰਦੇ ਆ ਜੀ ਪੰਜਾਬ ਦੇ ਨਾਲ ਹਿਮਾਚਲ ਲੱਗਦਾ, ਪੋਰਸ ਬਾਰਡਰ ਹੈ। ਮੈਂ ਤੁਹਾਨੂੰ ਟਰਮੀਨੋਲੋਜੀ ਦੱਸ ਰਿਹਾ, ਕਿਉਂਕਿ ਇੰਟਰਨਲ ਸਿਕਿਉਰਿਟੀ ਦਾ ਮੁੱਦਾ ਆ ਇਹ। ਇੰਟਰਨਲ ਸਿਕਿਉਰਿਟੀ ਦੇ ਉੱਤੇ ਦੇਖਿਆ ਜਾਂਦਾ ਆ ਕਿ ਉਹ ਇੰਟਰਾ ਸਟੇਟ ਹੈ ਕਿ ਇੰਟਰ ਸਟੇਟ ਹੈ, ਕ੍ਰਾਈਮ ਕਿੱਥੇ ਪੈਨੀਟ੍ਰੇਟ ਹੋ ਰਿਹਾ ਆ, ਫਿਰ ਬਾਹਰ ਦੀ ਕੰਟਰੀ ਤੋਂ ਆ ਰਿਹਾ ਆ ਕਿ ਕਿੱਥੋਂ ਆ ਰਿਹਾ ਆ। ਮੈਂ ਕੁਝ ਟਰਮੀਨੋਲੋਜੀਜ਼ ਭੁੱਲ ਜਾਂਦਾ ਆ, ਬਟ ਉਹ ਕਨਸੈਪਟ ਹੈ ਜਿਹੜੇ ਮੈਨੂੰ ਨਹੀਂ ਲੱਗਦਾ ਕਿਤਾਬੀ ਕੀੜਾ ਬਣਨਾ ਜ਼ਿਆਦਾ ਜ਼ਰੂਰੀ ਆ। ਉਹ ਤੁਸੀਂ ਕਿਤਾਬ ਉਹਦੇ ਵਾਸਤੇ ਪਈ ਹੈ ਤੁਹਾਡੇ ਕੋਲ ਸ਼ੈਲਫ ਤੇ, ਮਾਰਕਰ ਲਾਇਆ, ਮੈਨੂੰ ਯਾਦ ਆ ਜਾਊਗਾ। ਮੇਨ ਜਿਹੜੀ ਇੱਥੇ ਚੀਜ਼ ਜ਼ਰੂਰੀ ਆ ਉਹ ਸੰਵੇਦਨਾ ਜ਼ਰੂਰੀ ਆ, ਐਕਸਪੀਰੀਅੰਸ ਜ਼ਰੂਰੀ ਆ। ਹੁਣ ਇਹੀ ਬਿਊਰੋਕ੍ਰੇਸੀ ਨੂੰ ਇਹ ਕਰ ਰਹੇ ਨੇ, ਰੱਟੂ ਤੋਤਾ ਬਣਾ ਦਿੰਦੇ ਆ, ਸਿਸਟਮ ਦੇ ਵਿੱਚ ਪੜ ਕੇ ਪਾਗਲ ਹੋ ਜਾਂਦੇ ਆ, ਕੰਪੀਟੀਸ਼ਨ ਦੇ ਵਿੱਚ, ਉਹਦੇ ਵਿੱਚ ਉਹਨਾਂ ਦੀ ਰੈਸ਼ਨਲ ਥਿੰਕਿੰਗ ਖਤਮ ਹੋ ਜਾਂਦੀ ਹੈ। ਤੇ ਇਹੀ ਚੀਜ਼ ਮੈਂ ਮੋਰਚੇ ਦੇ ਵਿੱਚ ਦੇਖੀ, ਜਿੱਥੋਂ ਮੇਰਾ ਮਨ ਚੱਕਿਆ ਗਿਆ ਯਾਰ ਇਸ ਲੈਵਲ ਦੇ ਆਫੀਸਰ ਨੇ, ਤੇ ਇੱਕ ਜਿਹੜੀ ਇਹ ਜ਼ਿੰਦਗੀ ਦੇ ਇਹਨਾਂ ਨੂੰ ਸਾਹ ਦਿੱਤੇ ਆ, ਜੋ ਦਿੱਤਾ ਉਹਦਾ, ਜੇ ਤਾਂ ਦੇਖੋ ਤੁਹਾਨੂੰ ਲੱਗਦਾ ਕਿ ਯਾਰ ਇਹ ਰੱਬ ਨੇ ਏਦਾਂ ਹੀ ਇਹਦੇ ਨਾਲ ਮਾੜਾ ਕਰਨਾ ਸੀ, ਹੋ ਗਿਆ, ਇਹਦੇ ਨਾਲ ਇਹਨੇ ਚੰਗਾ ਕਰਨਾ ਸੀ, ਜੇ ਤਾਂ ਤੁਹਾਡੀ ਇਹ ਮੈਂਟੈਲਿਟੀ ਆ, ਬੈਠੇ ਰਹੋ ਸਿਸਟਮ 'ਚ। ਜੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਕੁਝ ਕਰ ਸਕਦਾ, ਮੈਂ ਇਹ ਨਹੀਂ ਕਹਿੰਦਾ ਸਿਸਟਮ 'ਚ ਮੈਨੂੰ ਬਹੁਤ ਹੈਲਪ ਆਈ, ਪਰ ਮੈਂ ਉਸ ਤਰੀਕੇ ਨਾਲ ਸਰਵਾਈਵ ਨਹੀਂ ਕਰ ਪਾਇਆ। ਨਹੀਂ ਬਿਲਕੁਲ, ਇਹ ਚੀਜ਼ਾਂ ਸਮਝਣੀਆਂ ਜਦੋਂ ਜਿੱਥੇ ਤੁਹਾਨੂੰ ਜ਼ਮੀਰ ਨਾਲ ਸਮਝੌਤਾ ਕਰਨਾ ਪੈ ਜਾਵੇ। ਪਹਿਲਾ ਕੇਸ ਹੀ ਸੁਪਰੀਮ ਕੋਰਟ ਦੇ ਵਿੱਚ ਲੱਗਿਆ ਸੀ, ਮੇਰਾ ਤਜਰਬਾ ਹੀ ਉੱਥੇ ਹੋ ਗਿਆ। ਮੈਂ ਕੁਝ ਬਹੁਤ ਨੇੜੇ ਦੇ ਬੰਦੇ ਦੇਖ ਲਏ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀਗੇ ਉਦੋਂ ਦੁਸ਼ਯੰਤ ਦਵੇ। ਮੈਂ ਜਦੋਂ ਮਿਲਿਆ ਇਹਨਾਂ ਬੰਦਿਆਂ ਨੂੰ, ਮੈਂ ਉੱਥੇ ਮੂਵਮੈਂਟ 'ਚ ਵਿੱਚ ਰਿਹਾ, ਮੈਂ ਪੀ ਸਾਈਨਾਥ ਨੂੰ ਦੇਖਿਆ, ਮੈਂ ਮੇਧਾ ਪਾਟਕਰ ਜੀ ਨੂੰ ਮਿਲਿਆ, ਮੈਂ ਆਹ ਚੀਜ਼ਾਂ ਦੇਖੀਆਂ, ਓਬਜ਼ਰਵ ਕੀਤਾ। ਮੈਂ ਉਹ ਤੋਂ ਬਾਅਦ ਦੇਖਿਆ, ਮੈਨੂੰ ਇਹ ਲੱਗਿਆ ਇੱਕ ਲੈਵਲ ਤੇ ਆ ਕੇ ਵੀ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈਗੀ ਆਪਣੇ ਲੋਕਾਂ ਦੀ ਮਦਦ ਕਰਨ ਦੇ ਲਈ। ਬਿਲਕੁਲ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਜਿੱਥੇ ਤੁਹਾਨੂੰ ਆਪਣਾ ਜ਼ਮੀਰ ਆਗਿਆ ਨਹੀਂ ਦਿੰਦਾ, ਸਿੱਧੂ ਦੇ ਗੀਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਸੀ, ਜਿੱਥੇ ਤੇਰੀ ਪੁੱਤਰਾ ਜ਼ਮੀਰ ਮਰ ਗਈ, ਮਰ ਜਾਵੀਂ ਉੱਥੇ, ਫਿਰ ਜਿਉਣ ਦਾ ਕੀ ਫਾਇਦਾ। ਜੇ ਇਦਾਂ ਦੀ ਨੌਜਵਾਨ ਇੱਕ ਲਾਈਨ ਲਿਖ ਰਿਹਾ ਹੈਗਾ ਤਾਂ ਉਹਦੀ ਸੋਚ ਕਿੱਥੇ ਤੱਕ ਹੈਗੀ, ਆਪਣੇ ਆਪ ਸਾਰਾ ਪਤਾ। ਹੁਣ ਮੈਂ ਡਿਸਕਲੋਜ਼ ਤਾਂ ਨਹੀਂ ਕਰੂੰਗਾ, ਸਮ ਟੌਪ ਕਲਾਸ 1 ਰੈਂਕ ਸੀਗਾ ਮੇਰੀ ਇੰਟਰਵਿਊ ਦੇ ਵਿੱਚ। ਦੇ ਟਰਾਈ ਟੂ ਚੈੱਕ ਮਾਈ ਟੈਂਪਰਾਮੈਂਟ, ਤੇ ਮੈਨੂੰ ਹਾਸੇ 'ਚ ਨਾ ਇੰਗਲਿਸ਼ ਤੋਂ ਇੱਕੋ ਦਮ ਹਿੰਦੀ 'ਚ ਹੋ ਗਏ। ਸਰਦਾਰ ਜੀ ਔਕਾਤ ਕਿਆ ਤੁਮਾਰੀ, ऑफिसर वाज ट्राइंग टू चेक मी। मैं अगों ਨੂੰ ਸਿੱਧਾ ਕਿਹਾ, आज़ाद देश का आज़ाद नागरिक हूँ, अपने हक जानता हूँ और मुझे क्या औकात चाहिए। ਐਂਡ ਉਹ ਜ਼ਿੰਦਗੀ ਦਾ ਜਵਾਬ ਆ। ਜਿੱਦਣ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਗਿਆ, ਕੁਐਸਚਨ ਕਰਨ ਲੱਗ ਗਏ, ਪੋਲੀਟੀਕਲ ਅਕਾਊਂਟੇਬਿਲਿਟੀ ਤੇ ਗੱਲ ਕਰਨ ਲੱਗ ਗਏ, ਕੰਟਰੀਬਿਊਟ ਕਰਨ ਲੱਗ ਗਏ ਆਪਣੇ ਆਪ ਵਾਸਤੇ। ਇਹਦੇ ਵਿੱਚ ਇੱਕ ਹੁਣ ਨਵੀਂ ਪਹਿਲ ਹੈ, ਹੁਣ ਪਟਵਾਰੀਆਂ ਦੀ ਗੱਲ ਹੈ ਜਿਵੇਂ, ਉਹ ਫਿਰ ਇਹ ਹੁਣ ਹੈ ਤਾਂ ਬੜੀ ਹਾਸੋਹੀਣੀ ਗੱਲ ਹੈ। ਮੈਂ ਸੋਚਦਾ ਸੀ ਵੀ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਪਿੱਛੇ ਲੱਗਿਆ ਭਗਤ ਸਿੰਘ, ਜਾਂ ਤਾਂ ਉਹਦੀ ਵੀ ਦਾੜੀ ਦੇ ਵਾਲ ਚਿੱਟੇ ਕਰ ਦੇਣ, ਤੇ ਜਾਂ ਫਿਰ ਉਹ 64-65 ਸਾਲ ਦੇ ਪਟਵਾਰੀਆਂ ਦੀ ਥਾਂ ਤੇ ਨੌਜਵਾਨੀ ਦੇਖ ਲੈਣ। ਕਿਉਂਕਿ ਪੰਜਾਬ ਸਰਵਿਸ ਐਨਲਿਸਟਮੈਂਟ ਰੂਲਸ ਦੇ ਵਿੱਚ ਪਹਿਲੇ 3 ਸਾਲ ਡੀਅਰਨੈਸ ਅਲਾਇੰਸ ਨਹੀਂ ਦਿੰਦੇ। ਜਿਹੜੇ ਡਿਸਟ੍ਰਿਕਟ ਐਡੀਸ਼ਨਲ ਡਿਸਟ੍ਰਿਕਟ ਅਟਾਰਨੀ ਰੈਂਕ ਤੱਕ ਦੇ ਬੰਦੇ ਨੇ 10-12 ਹਜ਼ਾਰ ਦੀ ਤਨਖਾਹ ਤੇ ਕੰਮ ਕਰ ਰਹੇ ਨੇ, ਤੇ ਉਹ ਮੋਟੀਵੇਟਿਡ ਜ਼ਿਆਦਾ ਨੇ, ਜਿਹੜੇ ਸਰਵ ਵੀ ਕਰਨਾ ਚਾਹੁੰਦੇ ਆ। ਉਹ ਇੱਕ ਪਟਵਾਰੀ ਦੇ ਨਾਂ ਤੇ ਕਿੰਨੇ ਨੌਜਵਾਨ ਰੱਖੇ ਜਾ ਸਕਦੇ ਆ। ਵੈਸੇ ਵੀ ਐਵਰੇਜ ਏਜ ਹੈ ਇੰਡੀਆ ਦੀ ਜਿਹੜੀ, ਹੁਣ ਇਹ ਗੱਲ ਸਿੱਧੀ ਹੈ, ਉਹ 74-75 ਹੈ। ਠੀਕ ਹੈ, ਡੈਮੋਗ੍ਰਾਫਿਕ ਡਿਵੀਡੈਂਟ ਵਾਲਾ ਦੇਸ਼ ਹੈ। ਡੈਮੋਗ੍ਰਾਫਿਕ ਡਿਵੀਡੈਂਟ ਦਾ ਮਤਲਬ ਆ ਵੀ ਨੌਜਵਾਨੀ ਇੱਥੇ ਭਰੀ ਪਈ ਆ,
ਤੇ ਉਹ ਨੌਜਵਾਨੀ ਰੱਜ ਕੇ ਫਰਸਟ੍ਰੇਟਿਡ ਹੈ। ਉਹਨਾਂ ਨੂੰ ਰਾਹ ਕਿਵੇਂ ਪਾਉਣਾ ਹੈਗਾ ਬੜੀ ਅਹਿਮ ਚੀਜ਼ ਹੈ ਗੁਰਮੋਹਨ। ਜਦੋਂ ਅਸੀਂ ਲਗਾਤਾਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਜਾਂਦੀਆਂ ਅਖੀਰ ਤੇ, ਕਿਉਂਕਿ ਜਿੰਨਾ ਅਸੀਂ ਜ਼ਿਆਦਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਲੱਗਦਾ ਕਿ ਇਹ ਵੀ ਚੀਜ਼ਾਂ ਥੋੜੀਆਂ ਘੱਟ ਮਾਤਰਾ ਦੇ ਵਿੱਚ ਹਜ਼ਮ ਹੁੰਦੀਆਂ। ਬਹੁਤ ਸਾਰੀਆਂ ਚੀਜ਼ਾਂ ਲੋਕੀ ਸਮਝਣ ਤੋਂ ਕਿਨਾਰਾ ਹੀ ਕਰ ਜਾਂਦੇ। ਇਹ ਜਿਹੜੀ ਚਿੱਠੀ ਤੁਸੀਂ ਲਿਖੀ ਹੈ, ਇਸ ਤੋਂ ਬਾਅਦ ਕੋਈ ਸਰਕਾਰ ਦਾ ਰਿਸਪੌਂਸ ਆਇਆ? ਭਗਵੰਤ ਮਾਨ ਨੇ ਕਿਹਾ ਕਿ ਹਾਂ, ਜਾਂ ਉਹਨਾਂ ਦੇ ਸਲਾਹਕਾਰ ਜਿਹੜੇ ਨੇ, ਜਾਂ ਉਹਨਾਂ ਦੇ ਆਲੇ ਦੁਆਲੇ ਇੱਕ ਘੇਰਾ ਬਣਿਆ ਹੋਇਆ ਜਿਹੜਾ ਕਿ ਉਹਨਾਂ ਨੇ ਕਿਹਾ ਵੀ ਹਾਂ ਤੁਹਾਡੀ ਮੁਲਾਕਾਤ ਕਰਵਾ ਦੇਵਾਂਗੇ? ਬੜੇ ਵਾਜਬ ਪੁਆਇੰਟਾਂ ਤੇ ਚਰਚਾ ਕਰ ਰਹੇ ਹੋ। ਹਾਂ, ਤੁਹਾਨੂੰ ਸਾਰਾ ਰਾਬਤਾ ਹੀ ਦੱਸ ਦਿੰਦੇ ਆ। ਪਹਿਲੇ ਦਿਨ ਅਸੀਂ ਗਏ 3:45 ਵਜੇ ਸੀਗੇ, ਕਹਿੰਦੇ ਜੀ ਦਫ਼ਤਰ ਇਸ ਵੇਲੇ ਰਿਸੀਵ ਨਹੀਂ ਕਰਾ ਸਕਦੇ, ਬੰਦ ਹੋ ਗਿਆ। ਦੇਰ ਹੋ ਗਈ, 3:45 ਵਜੇ ਦੇਰ ਹੋ ਗਈ ਸੀ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ। ਤੇ ਫਿਰ ਉੱਥੋਂ ਕੋਈ ਹੱਸ ਕੇ ਕਹਿੰਦਾ ਯਾਰ ਹਲੇ 6 ਤਾਂ ਨਹੀਂ ਵੱਜੇ ਵੈਸੇ। ਤੇ ਉਹ ਹੁਣ ਮੈਂ ਉਹ ਤੋਂ ਬਾਅਦ ਪਤਾ ਕੀਤਾ ਵੀ ਇੱਕ 6 ਵਜੇ ਵਾਲਾ ਚੁਟਕਲਾ ਅੱਜ ਕੱਲ੍ਹ ਬਹੁਤ ਮਸ਼ਹੂਰ ਹੈ ਕਿ ਕਹਿੰਦੇ ਪਹਿਲਾਂ ਦੁੱਖ ਦੇ ਵਿੱਚ ਹੁੰਦੇ ਸੀਗੇ ਤੇ ਹੁਣ ਖੁਸ਼ੀ ਦੇ ਵਿੱਚ 6 ਵਜੇ ਤੋਂ ਬਾਅਦ ਥੋੜਾ ਸਮਝ ਹੀ ਗਏ ਆ ਜਿਹੜੇ ਸਮਝਣਾ ਚਾਹੁੰਦੇ ਆ। ਫਿਰ ਅਸੀਂ ਅਗਲੇ ਦਿਨ ਗਏ, OSD ਸਾਹਿਬ ਨੂੰ ਮਿਲਿਆ ਮੈਂ, ਤੇ ਆ ਕੁਛ ਦੱਸਿਆ ਤੇ ਉਹਨਾਂ ਨੇ ਮੈਨੂੰ ਉਮੀਦ ਜਗਾਈ ਆ। ਕਿਉਂਕਿ ਮੈਨੂੰ ਇਹ ਲੱਗਦਾ ਕਿ ਮੈਂ ਉਹਨਾਂ ਨੂੰ ਵੀ ਕਿਹਾ OSD ਸਾਹਿਬ ਨੂੰ, ਮੈਂ ਕਿਹਾ ਇਹ ਉਰਦੂ ਦਾ ਸ਼ੇਅਰ ਹੈ ਵੀ ਮਾਨ ਸਾਹਿਬ ਨੂੰ ਸੁਣਾ ਦਿਆ ਜੇ कि वो कहते हैं तुमसे शिकवा बहुत है क्योंकि तुमसे अभी उम्मीद बाकी है। ਤੇ ਉਹੀ ਗੱਲ ਆ ਕਿ ਬੈਠਿਓ ਜ਼ਿੰਮੇਵਾਰੀ ਲੈ ਲਓ। ਇਹ ਬਹੁਤ ਗੰਦਾ ਹੁੰਦਾ ਹੈ ਵੀ ਜੋ ਤੁਸੀਂ ਆਪਣੀ ਪੰਜਾਬੀਅਤ ਦੇ ਨਾਲ ਰਹਿ ਕੇ ਇਹ ਤੋਂ ਬਾਹਰ ਹੋ ਜਾਂਦੇ ਹੋ ਕਿਤੇ। ਇਹ ਝੇਲਿਆ ਅੱਗੇ ਵੀ ਲੋਕਾਂ ਨੇ। ਉਹ ਰੁੱਖ ਵੱਡੇ ਜਾਂਦੇ ਆ ਜੰਗਲ 'ਚ ਤੇ ਕੁਹਾੜੀ 'ਚ ਜਿਹੜੀ ਲੱਕੜ ਲੱਗੀ ਹੁੰਦੀ ਆ ਉਸੇ ਰੁੱਖ ਦੀ ਹੁੰਦੀ ਆ, ਉਹ ਵਾਲੀ ਲੱਕੜ ਨਾ ਬਣੋ। ਪੰਜਾਬ ਦੀ ਕੁੱਖ ਨੇ ਜੰਮਿਆ ਤੁਹਾਨੂੰ, ਤੇ ਪੰਜਾਬ ਦੀ ਗੱਲ ਕਰੋ। ਮੈਂ ਰੁਪਈਆ ਇੱਕ ਨਹੀਂ ਲੈ ਰਿਹਾ ਤੁਹਾਡੇ ਤੋਂ, ਕੋਈ ਫੇਵਰ ਨਹੀਂ ਲੈ ਰਿਹਾ। ਬਸ ਮੈਨੂੰ ਅਥਾਰਟੀ ਚਾਹੀਦੀ ਆ, ਇਨਫਰਾਸਟਰਕਚਰ ਚਾਹੀਦਾ ਆ। ਅਥਾਰਟੀ ਤੇ ਇਨਫਰਾਸਟਰਕਚਰ ਤੋਂ ਪਹਿਲਾਂ ਮੈਂ ਹਿੱਕ ਡਾ ਕੇ ਅਕਾਊਂਟੇਬਿਲਟੀ ਲਾਊਂਗਾ, ਜਿਹਨੂੰ ਜ਼ਿੰਮੇਵਾਰੀ ਕਹਿੰਦੇ ਆ, ਉਹ ਮੈਂ ਪਹਿਲਾਂ ਲਾਊਂਗਾ। 100% ਜ਼ਿੰਮੇਵਾਰੀ ਲਾਊਂਗਾ। ਮੈਨੂੰ ਕੋਆਪਰੇਸ਼ਨ ਵਾਲਾ ਸਟਾਫ ਦਿੱਤਾ ਜਾਵੇ। ਮੈਂ ਈਵਨ ਇਹ ਜਿਹੜੇ ਗੈਂਗਸਟਰਸ ਦੀ ਗੱਲ ਕਰਦੇ ਆ, ਮੈਂ ਇਹਨਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਇੰਟੈਰੋਗੇਟ ਕਰ ਸਕਦਾ, ਮੈਂ ਕਮਿਊਨੀਕੇਟ ਕਰ ਸਕਦਾ ਇਹਨਾਂ ਨਾਲ। ਇਹ ਵੀ ਸਮਾਂ ਵੀ ਦੇ ਰਹੇ ਹੋ ਕੋਈ ਕਿ ਇੰਨਾ ਸਮਾਂ ਦੇ ਦਿਓ, ਇੰਨੇ ਸਮੇਂ ਦੇ ਵਿੱਚ ਮੈਂ ਸਾਰਾ ਸਿਸਟਮ ਜਿਹੜਾ ਗੈਂਗਸਟਰ ਕਲਚਰ ਆ ਜਾਂ ਜਿਹੜਾ ਮਾਹੌਲ ਬਣਿਆ ਹੋਇਆ ਪੰਜਾਬ ਦਾ ਉਹਨੂੰ ਵੀ ਕਿਸੇ ਸਮਾਂ ਮੇਰਾ ਵੀ ਤਜਰਬਾ ਨਵਾਂ ਆ। ਹੁਣ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਏਦਾਂ ਵੀ ਜਿਵੇਂ ਇੱਕੋ ਦਮ ਕੋਈ ਕੰਧ ਢੱਠ ਗਈ, ਕੁਛ ਗਿਰ ਗਿਆ। ਅਸੀਂ ਐਂ ਤਾਂ ਨਹੀਂ ਕਹਿੰਦੇ ਵੀ ਮੈਂ ਇਕੱਲਾ ਚੱਕ ਲੂੰਗਾ, ਅਸੀਂ ਜਾ ਕੇ ਹੱਥ ਪਾ ਦਿੰਨੇ ਆ। ਮੈਂ ਉਵੇਂ ਹੱਥ ਪਾਉਣ ਦੀ ਕੋਸ਼ਿਸ਼ ਨਾਲ ਆਇਆ ਤੇ ਮੈਨੂੰ ਬਹੁਤ ਸਪੋਰਟ ਆ ਰਹੀ ਆ, ਮੈਨੂੰ ਬਹੁਤ ਭਰਾ ਫੋਨ ਕਰ ਰਹੇ ਆ। ਤੇ ਮੇਰਾ ਇਕੱਲੇ ਦਾ ਸੁਪਨਾ ਤਾਂ ਨਹੀਂ ਹੈ, ਨਾਲੇ ਐਡਾ ਛੋਟਾ ਸੁਪਨਾ ਤਾਂ ਨਹੀਂ ਹੈ ਵੀ ਮੇਰੇ ਇਕੱਲੇ ਕਰਕੇ ਪੂਰਾ ਹੋ ਜਾਊਗਾ। ਮੇਰਾ ਇੰਨਾ ਛੋਟਾ ਸੁਪਨਾ ਨਹੀਂ ਹੈਗਾ ਵੀ ਮੇਰੇ ਇਕੱਲੇ ਕਰਕੇ ਪੂਰਾ ਹੋ ਜਾਊਗਾ। ਮੈਨੂੰ ਸਾਰਿਆਂ ਦੀ ਲੋੜ ਪਊਗੀ। ਭਗਵੰਤ ਮਾਨ ਵੀ ਇਹੀ ਜ਼ਿਕਰ ਕਰਦੇ ਰਹੇ ਨੇ ਕਿ ਸਾਥ ਦੀ ਲੋੜ ਆ, ਸਾਥ ਦਿਓ, ਕੁਝ ਸਮਾਂ ਸਾਥ ਦਿਓ, ਤੇ ਜੇ ਉਹ ਸਾਥ ਦੇ ਵਿੱਚ ਤੁਹਾਡਾ ਸਾਥ ਵੀ ਲੈ ਲੈਂਦੇ ਮੈਨੂੰ ਲੱਗਦਾ ਕਿ ਸ਼ਾਇਦ ਚੰਗੇ ਸਾਰਥਕ ਨਤੀਜੇ। ਹਾਂਜੀ, ਮੈਂ ਤਾਂ ਕਹਿ ਰਿਹਾ ਮੈਂ ਕੋਈ ਫੇਵਰ ਨਹੀਂ ਚਾਹੀਦਾ ਮੈਨੂੰ। ਮੈਂ ਦੇਖੋ ਅਨੰਦਪੁਰ ਸਾਹਿਬ ਰਹਿਣਾ, ਭੁੱਖਾ ਨਹੀਂ ਮਰਦਾ, ਨਾ ਆਤਮਕ ਤੌਰ ਤੇ ਨਾ ਇਧਰੋਂ, ਸਾਰੇ ਪਾਸਿਓਂ। ਵੈਸੇ ਹੱਸਦਾ ਮੈਂ, ਲੰਗਰ ਘਰ ਹੀ ਬਹੁਤ ਨੇ। ਜੇ ਬਹੁਤਾ ਔਖਾ ਵੀ ਹੋ ਗਿਆ ਤੇ ਕੁਛ ਨਾ ਕੁਛ ਤਾਂ ਬੰਦਾ ਕਰ ਹੀ ਲਊਗਾ। ਜੇ 100% ਵੀ ਮੈਨੂੰ ਇੱਧਰ ਲਾਉਣਾ ਪਿਆ ਤੇ ਕੁਝ ਸਾਬੋਟਾਜ ਵੀ ਕਰਨਾ ਪਿਆ, ਹੈ ਮੇਰੇ ਕੋਲ ਆਪਸ਼ਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਆਪਸ਼ਨ ਆ। ਮੈਂ ਤੋਂ ਪਹਿਲਾਂ ਵੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਐਜ਼ ਅ ਲੀਗਲ ਐਸੋਸੀਏਟ ਆਪਦਾ ਕੰਮ ਕੀਤਾ, ਲੀਗਲ ਰਿਸਰਚ ਕੀਤੀ ਆ। ਇੱਥੇ ਵੀ ਕੁਝ ਨੋਟੇਬਲ ਜਜਮੈਂਟ ਸੀਗੀਆਂ ਜਿਹੜੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ। ਮੇਰਾ ਜਿਹੜਾ ਪਹਿਲਾ ਆਪਦਾ ਸੈਲਫ ਇਨੀਸ਼ੀਏਟਿਡ ਕੇਸ ਆ ਉਹ ਵੀ ਐਜ਼ ਅ PIL ਫਾਈਲ ਹੋਈ ਸੀਗੀ। ਉਹ ਮੇਰਾ ਮਤਲਬ ਵੀ ਡਰਾਫਟ ਸਾਰਾ ਮੈਂ ਕੀਤਾ ਸੀ ਡਿਪਾਰਟਮੈਂਟ ਦੇ ਵਿੱਚ। ਮੇਰੇ ਨਾਲ ਕੁਝ ਬੱਚੇ ਜੁੜ ਗਏ ਸੀਗੇ ਤੇ ਮਦਦ ਹੋ ਗਈ ਸੀ ਸਾਰਿਆਂ ਦੀ। ਉਸ ਤੋਂ ਬਾਅਦ ਮੈਂ ਉੱਥੇ ਪ੍ਰੈਸ ਹੈਂਡਲ ਕੀਤੀ ਹੈ ਕਿਸਾਨ ਮੋਰਚੇ ਦੇ ਬਿਹਾਫ ਦੇ ਉੱਤੇ। ਜਿਹੜੇ ਆਹ ਚੀਜ਼ਾਂ ਸੀ ਮੈਂ ਉੱਥੇ ਮੂਵਮੈਂਟ ਨੂੰ ਦੇਖਿਆ, ਇੰਟਰਨੈਸ਼ਨਲ ਟਰੀਟੀਜ਼ ਕਿਵੇਂ ਡਿਜ਼ਾਈਨ ਹੁੰਦੀਆਂ, ਯੂਨਾਈਟਿਡ ਨੇਸ਼ਨ ਦੇ ਵਿੱਚ ਕੀ ਹੁੰਦਾ। ਫਿਰ ਕੁਝ ਡਾਕੂਮੈਂਟਸ, ਕਿਉਂਕਿ ਕੈਨੇਡਾ ਦੇ ਵਿੱਚ ਸਾਡਾ ਭਾਈਚਾਰਾ ਬਹੁਤ ਹੈ, ਉਹਨਾਂ ਨੇ ਫਰੈਂਚ ਲੈਂਗੁਏਜ ਟਰਾਂਸਲੇਟ ਕਰਕੇ ਮੋਰਚੇ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਭੇਜੇ। ਉਹਦੇ ਉੱਤੇ ਮੈਂ ਸਾਰਾ ਰਿਸਰਚ ਪੇਪਰ ਲਿਖਿਆ ਸੀਗਾ। ਮੇਰੇ ਰਿਸਰਚ ਪੇਪਰ ਦਾ ਨਾਮ ਸੀਗਾ ਫੈਸਟਰਿੰਗ ਇੰਡੀਅਨ ਫਾਰਮਰਸ ਵੋਸੀਫੇਰੈਂਟ ਸਾਗਾ, ਅੰਗਰੇਜ਼ੀ 'ਚ ਦੇਣਾ ਪੈਂਦਾ। ਇਹਦਾ ਮਤਲਬ ਸੀ ਜ਼ਖਮੀ ਕਿਸਾਨਾਂ ਦੀ ਖੂਨੀ ਦਾਸਤਾਂ, ਜਿਹਦੇ ਵਿੱਚ ਮੈਂ ਸਾਰੀਆਂ ਕੇਸ ਸਟੱਡੀਜ਼ ਲਈਆਂ ਸੀ। ਸਾਰਾ ਮੋਰਚਾ ਉਸ ਵੇਲੇ ਦਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਬਹੁਤ ਐਂਗਲਸ ਲਏ ਸੀਗੇ। ਬਹੁਤ ਸ਼ੁਕਰੀਆ ਗੁਰਮੋਹਨ, ਤੁਸੀਂ ਤਮਾਮ ਮਸਲੇ ਤੇ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸੀ ਗੁਰਮੋਹਨਪ੍ਰੀਤ ਸਿੰਘ, ਬੜੀ ਬੇਬਾਕੀ ਦੇ ਨਾਲ ਤਮਾਮ ਤਫਸੀਲ ਦੇ ਵਿੱਚ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਹਾਲਾਤ ਕੀ ਨੇ, ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ। ਹੱਲ ਵੀ ਦਿੱਤੇ ਨੇ ਸਰਕਾਰ ਨੂੰ ਕਿ ਇਹ ਹੱਲ ਨੇ, ਜੇ ਇੱਧਰ ਧਿਆਨ ਕਰ ਲਿਆ ਜਾਵੇ ਤਾਂ ਚੰਗੀ ਚੀਜ਼ ਹੈ। 6 ਸਵਾਲ ਵੀ ਪੁੱਛੇ ਨੇ, ਉਹਨਾਂ ਸਵਾਲਾਂ ਦੇ ਜਵਾਬ ਦੀ ਹੁਣ ਉਡੀਕ ਕਰ ਰਹੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਜਵਾਬ ਕਦੋਂ ਦਿੰਦੀ ਹੈ। ਫਿਲਹਾਲ ਬੜੀ ਅਹਿਮ ਚਰਚਾ
ਬੜੇ ਅਹਿਮ ਚੀਜ਼ਾਂ ਨੇ ਇਸ ਇੰਟਰਵਿਊ ਦੇ ਜ਼ਰੀਏ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈਗਾ, ਤੁਸੀਂ ਉਹ ਵੀ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।